ਪਿਛਲੇ ਲੰਮੇ ਸਮੇਂ ਤੋਂ ਬ੍ਰੇਨ ਔਨ ਟੀਵੀ ਤੇ ਇਸ਼ਤਿਹਾਰ ਦੇਣ ਲਈ ਕਈ ਜੋਤਿਸ਼ਾਂ, ਤਾਂਤਰਿਕਾਂ ਤੇ ਪੀਰਾਂ ਦੇ ਫੋਨ ਆ ਰਹੇ ਨੇ, ਪਰ ਹਰੇਕ ਵਾਰੀ ਬ੍ਰੇਨ ਔਨ ਟੀਵੀ ਦੀ ਟੀਮ ਵੱਲੋਂ ਬੜੇ ਹੀ ਪਿਆਰ ਅਤੇ ਸਤਿਕਾਰ ਨਾਲ ਮਸ਼ਹੂਰੀ ਕਰਨ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ। ਇਸ ਦੇ ਬਾਵਜੂਦ ਵੀ ਕੁਝ ਲੋਕ ਜ਼ੋਰ ਪਾਉਂਦੇ ਨੇ ਕਿ ਸਾਡੀ ਮਸ਼ਹੂਰੀ ਕਰੋ, ਜਿਸ ਦੇ ਸਦਕਾ ਬ੍ਰੇਨ ਔਨ ਟੀਵੀ ਦੀ ਟੀਮ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਜਿਹੜਾ ਵੀ ਕੋਈ ਜੋਤਸ਼ੀ, ਤਾਂਤਰਿਕ ਜਾਂ ਪੀਰ ਜੇਕਰ ਗੈਰ ਕੁਦਰਤੀ ਤਰੀਕੇ ਨਾਲ ਪੰਜਾਬ ਦੇ ਲੁੱਟੇ ਜਾ ਰਹੇ ਪਾਣੀ ਨੂੰ ਬਚਾ ਲਵੇ ਜਾਂ ਪੰਜਾਬ ਵਿੱਚੋਂ ਨਸ਼ਾ ਖਤਮ ਕਰਵਾਉਣ ਵਿੱਚ ਕਾਰਗਰ ਸਾਬਤ ਹੋਵੇਗਾ ਤਾਂ ਬ੍ਰੇਨ ਔਨ ਟੀਵੀ ਵੱਲੋਂ ਉਸ ਮਹਾਨ ਵਿਅਕਤੀ ਤੇ ਅਸਲੀ ਜੋਤਸ਼ੀ, ਤਾਂਤਰਿਕ ਜਾਂ ਪੀਰ ਦੀ ਮਸ਼ਹੂਰੀ ਸਦਾ ਵਾਸਤੇ ਮੁਫਤ 'ਚ ਕੀਤੀ ਜਾਵੇਗੀ ਤੇ ਅਲੱਗ ਤੋਂ ਮੂੰਹ ਮੰਗੀ ਫੀਸ ਵੀ ਦਿੱਤੀ ਜਾਵੇਗੀ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਮੈਂ ਜਸਪਾਲ ਸਿੰਘ। ਸਵਾਗਤ ਹੈ ਸਾਰਿਆਂ ਦਾ ਬ੍ਰੇਨ ਔਨ ਟੀਵੀ ਤੇ। ਕੱਲ ਯਾਨੀ 5 ਅਗਸਤ ਨੂੰ ਅਯੋਧਿਆ ਦੇ ਵਿੱਚ ਰਾਮ ਜਿਹੜਾ ਭੂਮੀ ਪੂਜਨ ਕੀਤਾ ਗਿਆ ਮੰਦਿਰ ਤੇ ਬਾਬਰੀ ਮਸਜਿਦ ਦਾ ਜਿਹੜਾ ਰੌਲਾ ਸੀ, ਉਹ ਸੁਪਰੀਮ ਕੋਰਟ ਦਾ ਆਰਡਰ ਆਇਆ ਵੀ ਹੈ ਤੇ ਉਹ ਹਿੰਦੂਆਂ ਦੇ ਪੱਖ 'ਚ ਗਿਆ ਬੜੀ ਲੰਮੀ ਸੁਣਵਾਈ ਤੋਂ ਬਾਅਦ। ਪਰ ਉਹਦੇ ਵਿੱਚ ਇੱਕ ਕੱਲ ਬੜੀ ਹਲਚਲ ਸਿੱਖਾਂ ਦੇ ਵਿੱਚ ਵੀ ਪੈਦਾ ਹੋਈ ਕਿ ਕਿੰਨੇ ਕੁ ਜਿਵੇਂ ਜਥੇਦਾਰਾਂ ਨੂੰ ਇਨਵੀਟੇਸ਼ਨ ਲੈਟਰ ਮਿਲਿਆ ਸੀ ਤੇ ਉਹਦੇ ਵਿੱਚ ਜਥੇਦਾਰ ਜਾਣਗੇ ਜਾਂ ਨਹੀਂ ਜਾਣਗੇ, ਔਰ ਕੁਝ ਵੀਡੀਓਜ਼ ਵਾਇਰਲ ਵੀ ਹੋਈਆਂ। ਉਹਦੇ ਵਿੱਚ ਬੜੇ ਭੰਬਲ ਭੂਸੇ ਵੀ ਸਿੱਖਾਂ ਦੇ ਵਿੱਚ ਪਏ ਕਿ ਫਲਾਣਾ ਬੰਦਾ ਵੀ ਚਲੇ ਗਿਆ, ਫਲਾਣਾ ਵੀ ਚਲੇ ਗਿਆ। ਹਾਲਾਂਕਿ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਜੀ ਬਾਰੇ ਵੀ ਗੱਲ ਹੋਈ ਕਿ ਉਹ ਵੀ ਚਲੇ ਗਏ। ਉਹਨਾਂ ਦੀ ਇੱਕ ਪੁਰਾਣੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਜਾ ਰਹੀ ਆ ਤੇ ਉਹਦੀ ਪੁਸ਼ਟੀ ਅਸੀਂ 2-3 ਵਾਰ ਕਰ ਚੁੱਕੇ ਆ। ਸੰਤ ਚਰਨਜੀਤ ਸਿੰਘ ਜੱਸੋਵਾਲ ਜੀ ਜਿਹੜੇ ਨੇ ਟਕਸਾਲ ਦੇ ਮੁੱਖ ਬੁਲਾਰੇ ਵੀ ਆ ਤੇ ਸ਼੍ਰੋਮਣੀ ਕਮੇਟੀ ਮੈਂਬਰ ਵੀ ਆ, ਉਹਨਾਂ ਨਾਲ ਵੀ ਅੱਜ ਸਾਡੀ ਸਵੇਰੇ ਗੱਲ ਹੋਈ। ਉਹਨਾਂ ਨੇ ਵੀ ਕਲੀਅਰਲੀ ਡਿਨਾਈ ਕੀਤਾ ਕਿ ਬਾਬਾ ਜੀ ਕਿਤੇ ਨਹੀਂ ਸੀ ਗਏ, ਬਾਬਾ ਜੀ ਕੱਲ੍ਹ ਮਹਿਤੇ ਸੀ। ਤੇ ਪ੍ਰੋਫੈਸਰ ਸਰਚਾਂਦ ਸਿੰਘ ਜਿਹੜੇ ਉਹ ਵੀ ਟਕਸਾਲ ਦੇ ਬੁਲਾਰੇ ਨੇ, ਉਹਨਾਂ ਨਾਲ ਵੀ ਗੱਲ ਹੋਈ ਸੀ। ਉਹਨਾਂ ਨੇ ਵੀ ਕਲੀਅਰਲੀ ਕਿਹਾ ਸੀ ਕਿ ਇਹ ਇੱਦਾਂ ਦਾ ਕਿਤੇ ਵੀ ਬਾਬਾ ਹਰਨਾਮ ਸਿੰਘ ਨਹੀਂ ਗਏ। ਸੋ ਇਹ ਉਹਨਾਂ ਦਾ ਆਪਣਾ ਵਿਸ਼ਾ ਸੀ, ਪਰ ਜੇ ਨਹੀਂ ਗਏ ਤਾਂ ਸਿੱਖਾਂ ਵਾਸਤੇ ਚੰਗੀ ਗੱਲ ਵੀ ਆ ਨਹੀਂ ਗਏ, ਕਿਉਂਕਿ ਇਹ ਜਿਹੜਾ ਸਿੱਖ ਤੇ RSS ਦਾ ਬੜਾ ਆਪਸ ਦੇ ਵਿੱਚ ਵਿਚਾਰਾਂ ਦਾ ਟਕਰਾਅ ਹੈਗਾ ਆ ਤੇ ਇਸ ਕਰਕੇ ਸਿੱਖਾਂ ਨੂੰ ਜਾਣਾ ਵੀ ਨਹੀਂ ਸੀ ਚਾਹੀਦਾ। ਪਰ RSS ਬਾਰੇ ਕੀ ਗਤੀਵਿਧੀਆਂ ਨੇ ਜਾਂ RSS ਦੀ ਮਨੋਦਸ਼ਾ ਕਿਵੇਂ ਕੰਮ ਕਰਦੀ ਆ, ਉਹ ਸਾਰਾ ਕੁਝ ਅਸੀਂ ਜਾਣਾਂਗੇ। ਤੇ ਉਹ ਜਾਣਕਾਰੀ ਦੇਣ ਲਈ ਸਾਡੇ ਨਾਲ ਨੇ ਜਾਣੇ ਮਾਣੇ ਇਤਿਹਾਸਕਾਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜੀ। ਸਰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਵੀ, ਤੁਹਾਡੇ ਸਰੋਤਿਆਂ ਨੂੰ ਵੀ। ਸਰ, ਜਿਵੇਂ ਕੱਲ ਭੂਮੀ ਪੂਜਨ ਕੀਤਾ ਗਿਆ ਅਯੋਧਿਆ ਦੇ ਵਿੱਚ ਤੇ ਸਿੱਖਾਂ ਦੇ ਕੁਝ ਆਗੂਆਂ ਦਾ ਨਾਮ ਲੱਗਦਾ ਰਿਹਾ, ਜਿਨ੍ਹਾਂ ਦੀ ਅਸੀਂ ਕੁਝ ਗੱਲ ਵੀ ਦੱਸੀ ਕਿ ਧੁੰਮਾ ਸਾਹਿਬ ਦਾ ਵੀ ਬੜਾ ਜ਼ੋਰ ਸ਼ੋਰ ਨਾਲ ਪ੍ਰਚਾਰ ਕੀਤਾ ਗਿਆ ਤੇ ਉਹ ਨਹੀਂ ਗਏ। ਹਾਲਾਂਕਿ ਅਸੀਂ ਟਕਸਾਲ ਦਾ ਕੋਈ ਸਮਰਥਨ ਨਹੀਂ ਕਰ ਰਹੇ, ਪਰ ਜਿਹੜੀ ਸੱਚਾਈ ਆ ਅਸੀਂ ਉਹਦੀ ਗੱਲ ਕਰ ਰਹੇ ਹਾਂ ਸਿਰਫ। ਤੇ ਤੁਹਾਡਾ ਇਹਦੇ ਬਾਬਤ ਕੀ ਕਹਿਣਾ ਕਿ ਜਿਵੇਂ ਗਿਆਨੀ ਇਕਬਾਲ ਸਿੰਘ ਉੱਥੇ ਪਹੁੰਚ ਗਏ, ਤਾਂ ਜੇ ਆਪਾਂ ਗੱਲ ਕਰਦੇ ਹਾਂ ਹਿੰਦੂ ਸਿੱਖ ਸਾਂਝ ਦੀ, ਤਾਂ ਉਸ ਐਂਗਲ ਤੋਂ ਦੇਖੀਏ ਤਾਂ ਇਕਬਾਲ ਸਿੰਘ ਨੇ ਕੰਮ ਸਹੀ ਕੀਤਾ ਜਾਂ ਗਲਤ ਸੀ ਤੁਹਾਡੇ ਹਿਸਾਬ ਨਾਲ? ਦੇਖੋ, ਤੁਸੀਂ ਸਾਂਝ ਦੀ ਗੱਲ ਕੀਤੀ ਹੈ ਜੀ, ਹਿੰਦੂ ਸਿੱਖ ਭਾਈ ਦੀ ਗੱਲ ਕੀਤੀ ਹੈ ਜੀ। ਉਸ ਤੋਂ ਪਹਿਲਾਂ 1960s ਦੇ ਵਿੱਚ ਬਹੁਤ ਵੱਡੇ ਲੈਵਲ ਤੇ, ਤੁਸੀਂ, ਤੁਹਾਡੀ ਉਮਰ ਛੋਟੀ ਹੈ, ਹਿੰਦੀ ਚੀਨੀ ਭਾਈ ਕਿਹਾ ਗਿਆ ਜੀ ਜੀ ਜੀ। ਤੇ ਭਾਈ ਦਾ ਸਵਾਦ ਤਾਂ ਲੈ ਲਿਆ ਫਿਰ ਉਸ ਵੇਲੇ ਇੰਡੀਆ ਨੇ ਜੀ। ਤਾਂ ਭਾਈ ਕੋਈ ਚੀਜ਼ ਨਹੀਂ ਹੁੰਦੀ। ਇਹ ਇੱਕ ਕਨਸੈਪਟ ਬਣਾਇਆ ਹੋਇਆ, ਇੱਕ ਕਿਸਮ ਦੀ ਲੋਕਾਂ ਨੂੰ ਭੁਲੇਖਾ ਪਾਉਣ ਦੇ ਲਈ। ਹੁਣ ਮੈਂ ਇੱਥੇ ਤੁਹਾਨੂੰ ਇੱਕ ਛੋਟੀ ਜਿਹੀ ਕਹਾਣੀ ਸੁਣਾਉਣਾ ਜਿਹੜੀ ਬੜੀ ਸੰਕੇਤਕ ਆ ਜੀ, ਔਰ ਉਸ ਦੀਆਂ ਬਹੁਤ ਪੋਲੀਟੀਕਲ ਓਵਰਟੋਨਸ ਆ ਜਿਹੜੀ ਕਿ ਵੈਸਟ ਦੇ ਵਿੱਚ ਬਹੁਤ ਜ਼ਿਆਦਾ ਪ੍ਰਚਲਿਤ ਹੋਈ ਆ। ਬੜੇ ਮੈਗਜ਼ੀਨਾਂ ਦੇ ਵਿੱਚ ਵੀ, ਬੜੇ ਨਿਊਜ਼ਪੇਪਰਾਂ ਦੇ ਵਿੱਚ ਵੀ, ਰੇਡੀਓ ਚੈਨਲਾਂ ਦੇ ਉੱਤੇ ਵੀ ਆਈ ਆ ਜੀ। ਜਿਸ ਵਕਤ ਹੁਣ ਯੂਨੀਫਿਕੇਸ਼ਨ ਆਫ ਬਰਲਿਨ ਹੋਈ ਜੀ ਜੀ ਜੀ, ਤਾਂ ਉਸ ਤੋਂ ਪਹਿਲਾਂ ਸੋਵੀਅਤ ਯੂਨੀਅਨ ਜਿਹੜੀ ਸੀ ਜੀ, ਉਸ ਦੇ ਕੋਲ ਈਸਟ ਬਰਲਿਨ ਸੀਗਾ ਜੀ, ਤੇ ਵੈਸਟ ਵਾਲਿਆਂ ਦੇ ਕੋਲ ਅਮਰੀਕਨ, ਜਿਹੜੀ ਪ੍ਰੋ ਅਮਰੀਕਨ ਜਿੰਨੀਆਂ ਵੀ ਸੀਗੀਆਂ, ਉਹਨਾਂ ਦੇ ਕੋਲ ਸੀਗਾ ਵੈਸਟ ਬਰਲਿਨ ਜੀ ਜੀ ਜੀ। ਦੀਵਾਰ ਸੀ ਵਿਚਾਲੇ। ਤਾਂ ਉੱਥੇ ਈਸਟ ਬਰਲਿਨ ਦੇ ਵਿੱਚ ਸੋਵੀਅਤ ਯੂਨੀਅਨ ਦੀ ਫੌਜ ਬੈਠੀ ਸੀ ਜੀ। ਉਹਦਾ ਇੱਕ ਸਿਪਾਹੀ ਫੌਜ ਦਾ, ਉੱਥੇ ਦੇ ਜਿਹੜੇ ਬਰਲਿਨ ਦੇ ਲੋਕ ਸੀ, ਈਸਟ ਬਰਲਿਨ ਦਾ ਕੋਈ ਆਦਮੀ, ਆਮ ਸਧਾਰਨ ਆਦਮੀ, ਉਹਦੇ ਨਾਲ ਦੋਸਤੀ ਪੈ ਗਈ। ਸ਼ਾਮ ਨੂੰ ਇਕੱਠੇ ਸੈਰ ਕਰਦੇ ਸੀਗੇ ਉਹ। ਠੀਕ ਹੈ ਜੀ। ਇੱਕ ਦਿਨ ਸੈਰ ਕਰਦੇ ਇੱਕ ਇੱਕ ਸੋਨੇ ਦੀ ਡਲੀ ਪਈ ਸੀ ਸੜਕ ਦੇ ਉੱਤੇ ਜੀ। ਉਹ ਜਿਹੜਾ ਈਸਟ ਬਰਲਿਨ ਵਾਲਾ ਆਦਮੀ ਸੀ, ਉਹਨੇ ਚੱਕ ਲਈ ਉਹ। ਠੀਕ ਹੈ ਜੀ। ਉਹ ਜਦੋਂ ਸੋਵੀਅਤ ਯੂਨੀਅਨ ਦੀ ਫੌਜ ਦਾ ਜਿਹੜਾ ਫੌਜੀ ਸੀ, ਉਸ ਦੀ ਨਿਗਾਹ 'ਚ ਪਈ ਵੀ ਉਸਨੇ ਇਹ ਡਲੀ ਚੱਕ ਲਈ ਜੀ। ਉਹ ਉਸ ਨੂੰ ਕਹਿਣ ਲੱਗਿਆ, ਲੈਟ ਅਸ ਡਿਵਾਈਡ ਇਟ ਬ੍ਰਦਰਲੀ ਜੀ। ਤਾਂ ਉਸਨੇ ਜਵਾਬ ਦਿੱਤਾ, ਜਿਹੜਾ ਈਸਟ ਜਰਮਨ ਵਾਲਾ ਸੀ, ਜਿਹੜਾ ਕਿ ਜਿੱਥੇ ਕਿ ਉਹਨਾਂ ਦੀ ਫੌਜ ਬੈਠੀ ਸੀ ਸੋਵੀਅਤ ਯੂਨੀਅਨ ਦੀ ਔਰ ਉਹਨਾਂ ਦੇ ਅਧੀਨ ਸੀ, ਉਹ ਕਹਿੰਦਾ ਲੈਟ ਅਸ ਡਿਵਾਈਡ ਇਟ ਇਕੁਅਲੀ, ਨਾਟ ਬ੍ਰਦਰਲੀ ਜੀ। ਤੋ ਜਿਹੜੀ ਭਾਈ ਭੜਪਣ ਦੀ ਗੱਲ ਹੁੰਦੀ ਆ, ਉਸ ਦੇ ਵਿੱਚ ਜਿਹੜਾ ਛੋਟਾ ਭਾਈ ਆ ਉਹ ਕਤਲ ਹੁੰਦਾ।
ਉਸ ਨੂੰ ਲੁੱਟਿਆ ਜਾਂਦਾ, ਉਸ ਨੂੰ ਮਾਰਿਆ ਜਾਂਦਾ, ਉਸ ਨੂੰ ਖਤਮ ਕੀਤਾ ਜਾਂਦਾ ਜੀ। ਸਾਡੀ ਜਿਹੜੀ ਕਿਸੇ ਕਿਸਮ ਦੀ ਸਿਧਾਂਤਕ ਸਾਂਝ ਨਹੀਂ ਹੈਗੀ ਹਿੰਦੂਆਂ ਦੇ ਨਾਲ ਜੀ। ਸਾਡੀ ਉਨੀ ਕੁ ਕਿਸਮ ਦੀ ਸਾਂਝ ਹੋ ਸਕਦੀ ਹੈ ਜਿੰਨੀ ਸਾਡੀ ਈਸਾਈਆਂ ਦੇ ਨਾਲ, ਜਿੰਨੀ ਸਾਡੀ ਦੂਸਰੇ ਪਾਸੇ ਮੁਸਲਮਾਨਾਂ ਦੇ ਨਾਲ ਆ, ਜਿਊਜ਼ ਦੇ ਨਾਲ ਆ, ਬੋਧੀਆਂ ਦੇ ਨਾਲ ਆ, ਜੈਨੀਆਂ ਦੇ ਨਾਲ। ਇਨਸਾਨੀ ਰਿਸ਼ਤਾ ਕਹਿ ਲਓ। ਇਨਸਾਨੀ ਰਿਸ਼ਤਾ ਸਾਡਾ ਜ਼ਰੂਰ ਹੈ ਜੀ। ਅਸੀਂ ਹਮੇਸ਼ਾ ਸਾਡਾ ਆਪਣਾ ਸਿਧਾਂਤ ਆ ਜੀ, ਸਾਡੀ ਆਪਣੀ ਪਹਿਚਾਣ ਆ, ਸਾਡੀਆਂ ਆਪਣੀਆਂ ਪ੍ਰੈਕਟਿਸਿਸ ਤੇ ਟ੍ਰੈਡੀਸ਼ਨਸ ਹੈਗੀਆਂ। ਬਿਲਕੁਲ ਜੀ। ਮੈਂ ਇੱਥੇ ਇੱਕ ਖਾਸ ਤੌਰ ਦੇ ਉੱਤੇ ਅੱਜ ਤੁਹਾਨੂੰ ਬਹੁਤ ਇੰਪੋਰਟੈਂਟ ਗੱਲਾਂ ਦੱਸਣ ਲੱਗਿਆ ਜੀ, ਜਿਹੜੀਆਂ ਤੁਹਾਨੂੰ ਆਮ ਬੰਦਿਆਂ ਨੂੰ ਇਸ ਬਾਰੇ ਪਤਾ ਨਹੀਂ। ਬਹੁਤ ਦੇਰ ਪਹਿਲਾਂ ਦੀ ਗੱਲ ਆ, 2001 ਦੇ ਵਿੱਚ ਜੀ, ਤਾਂ ਹਿੰਦੁਸਤਾਨ ਟਾਈਮਜ਼ ਵਾਲਿਆਂ ਨੇ ਕੁਝ ਲਿਖਣਾ ਸੀ ਸਿੱਖਾਂ ਦੇ ਸਿਧਾਂਤਕ ਮਸਲਿਆਂ ਦੇ ਉੱਤੇ, ਤੇ ਉਹਨਾਂ ਨੇ ਮੈਨੂੰ ਅਪਰੋਚ ਕੀਤਾ ਜੀ। ਹਿੰਦੁਸਤਾਨ ਅਖਬਾਰ ਜਿਹੜਾ ਬਹੁਤ ਮਸ਼ਹੂਰ ਅਖਬਾਰ ਹੈ ਹਿੰਦੁਸਤਾਨ ਟਾਈਮਜ਼, ਲੱਖਾਂ ਦੀ ਤਾਦਾਦ 'ਚ ਛਪਦਾ, ਇੰਟਰਨੈਸ਼ਨਲ ਅਖਬਾਰ ਆ ਜੀ। ਹਾਂ, ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਪ੍ਰਮਾਣਿਕ ਅਖਬਾਰ ਜੀ ਜੀ ਜੀ। ਉਹ ਮੈਨੂੰ ਕਹਿਣ ਲੱਗੇ ਵੀ ਤੁਸੀਂ RSS ਦੇ ਉੱਤੇ ਲਿਖੋ ਵੀ ਸਿੱਖਾਂ ਦਾ ਕੀ ਪੋਜੀਸ਼ਨ ਆ RSS ਦੇ ਉੱਤੇ। ਠੀਕ ਹੈ ਜੀ। ਤਾਂ ਮੈਂ ਉਸ ਦੇ ਉੱਤੇ ਆਰਟੀਕਲ ਲਿਖਿਆ, ਉਹ ਛਪਿਆ ਜਨਵਰੀ 18 2001 ਦੇ ਵਿੱਚ, ਲੀਡਿੰਗ ਆਰਟੀਕਲ ਜੀ ਜੀ। ਉਹਦਾ ਹੈਡਿੰਗ ਸੀ RSS ਏਜੰਡਾ ਐਂਡ ਦੀ 6। ਠੀਕ ਹੈ ਜੀ। ਵੀ RSS ਦਾ ਸਿੱਖਾਂ ਪ੍ਰਤੀ ਕੀ ਏਜੰਡਾ ਹੈ ਜੀ, ਕੀ ਉਹਨਾਂ ਦਾ ਆਊਟਲੁੱਕ ਆ, ਕੀ ਉਹਨਾਂ ਦਾ ਪੁਆਇੰਟ ਆਫ ਵਿਊ ਆ, ਕਿਸ ਕਿਸਮ ਦੀ ਉਹਨਾਂ ਦੀ ਸੋਚਣੀ ਤੇ ਵਿਚਾਰਧਾਰਾ ਹੈਗੀ ਆ ਸਿੱਖਾਂ ਪ੍ਰਤੀ। ਤਾਂ ਉਹਨਾਂ ਦੀ ਆਪਣੀ ਵਿਚਾਰਧਾਰਾ ਹੋ ਸਕਦੀ ਹੈ ਜੀ। ਉਹ ਸਿੱਖਾਂ ਨੂੰ ਕਿਸ ਤਰੀਕੇ ਨਾਲ ਐਬਜ਼ੌਰਬ ਕਰਨਾ ਚਾਹੁੰਦੇ ਆ, ਕਿਸ ਤਰੀਕੇ ਨਾਲ ਸਿੱਖਾਂ ਦੀ ਆਇਡੈਂਟੀਟੀ ਨੂੰ ਮਲੀਆਮੇਟ ਕਰਨਾ ਚਾਹੁੰਦੇ, ਉਹਨਾਂ ਦੀ ਆਪਣੀ ਵਿਚਾਰਧਾਰਾ ਜੀ। ਪਰ ਸਿੱਖਾਂ ਦੀ ਜਿਹੜੀ ਵਿਚਾਰਧਾਰਾ ਹੈ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਕਲੀਅਰਲੀ ਗੁਰੂ ਨੇ ਆਪ ਪੰਜਵੇਂ ਪਾਤਸ਼ਾਹ ਨੇ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਜਿਆ, ਜਿਹੜਾ ਸਾਖਸ਼ਾਤ ਇੱਕ ਲਿਵਿੰਗ ਕਾਰਪੋਰੇਟ ਗੁਰੂ ਆ ਜੀ। ਆਮ ਲੋਕ ਕਹਿ ਦਿੰਦੇ ਆ ਸਕ੍ਰਿਪਚਰ, ਕਿਉਂਕਿ ਸਿੱਖਾਂ ਕੋਲ ਕੋਈ ਲਫ਼ਜ਼ ਨਹੀਂ ਜੀ, ਔਰ ਜਿਹੜੀ ਗੋਰਿਆਂ ਦੀ ਬੋਲੀ ਸੀ ਅੰਗਰੇਜ਼ੀ, ਉਸ ਦਾ ਬਹੁਤ ਬੜਾ ਪ੍ਰਭਾਵ ਆ ਸਾਰੀ ਦੁਨੀਆ ਤੇ, ਅੱਜ ਵੀ ਆ, ਪਹਿਲਾਂ ਵੀ ਸੀਗਾ ਜੀ ਜੀ ਜੀ। ਇਹ ਕੋਈ ਸਕ੍ਰਿਪਚਰ ਨਹੀਂ ਹੈਗੀ, ਇਹ ਇੱਕ ਜਿਉਂਦਾ ਜਾਗਦਾ ਗੁਰੂ ਆ ਸਾਡਾ, ਲਿਵਿੰਗ ਕਾਰਪੋਰੇਟ ਗੁਰੂ ਆ। ਔਰ ਇਸ ਦੇ ਵਿੱਚ ਬਹੁਤ ਕਮਾਲ ਦੇ ਰੈਵੋਲੂਸ਼ਨਰੀ ਐਲੀਮੈਂਟ ਹੈਗੇ ਆ ਜੀ, ਜਿਹੜੇ ਨਾ ਕਿ ਸਿੱਖਾਂ ਨੂੰ ਬਲਕਿ ਦੁਨੀਆ ਨੂੰ, ਮਾਨਵਤਾ ਨੂੰ ਉਹ ਇੱਕ ਡਾਇਰੈਕਸ਼ਨ ਦਿੰਦੇ ਆ, ਵਰਲਡ ਵਿਊ ਦਿੰਦੇ ਆ ਜੀ। ਤੋ ਇਸ ਕਰਕੇ ਉਸ ਦੇ ਵਿੱਚ ਬਹੁਤ ਹੀ ਸਪਸ਼ਟ ਤੇ ਕਲੀਅਰ ਕੱਟ ਲਫ਼ਜ਼ਾਂ ਦੇ ਵਿੱਚ ਪੰਜਵੇਂ ਪਾਤਸ਼ਾਹ ਨੇ ਮਤਲਬ ਉਸ ਦੱਸਿਆ ਵੀ ਸਿੱਖ ਕੀ ਹੈ ਜੀ, ਸਿੱਖ ਦੀ ਕੀ ਪਹਿਚਾਣ, ਸਿੱਖ ਦੀ ਕੀ ਆਇਡੈਂਟੀਟੀ ਹੈ। ਤਾਂ ਮੈਂ ਉਹ ਤੁਹਾਨੂੰ ਦੋਨਾਂ ਗੁਰਮੁਖੀ ਅੱਖਰਾਂ ਵਾਲੀ ਵੀ ਜਿਹੜੀ ਜਿਸ ਤਰੀਕੇ ਨਾਲ ਅੰਕਿਤ ਆ ਉਹ ਵੀ, ਤੇ ਅੰਗਰੇਜ਼ੀ ਦਾ ਜਿਹੜਾ ਟਰਾਂਸਲੇਸ਼ਨ, ਕਿਉਂਕਿ ਮੈਂ ਤਾਂ ਹਿੰਦੁਸਤਾਨ ਟਾਈਮਜ਼ ਅੰਗਰੇਜ਼ੀ 'ਚ ਛਪਦਾ ਅਖਬਾਰ ਅੰਗਰੇਜ਼ੀ 'ਚ ਲਿਖਿਆ ਸੀ ਜੀ ਜੀ ਜੀ। ਦੋਨਾਂ ਦਾ ਹੀ ਤੁਹਾਨੂੰ ਦੱਸ ਦਿੰਨਾ, ਜਿਸ ਦੇ ਉੱਤੇ ਕਿਸੇ ਨੂੰ ਕੋਈ ਕਿੰਤੂ ਪਰੰਤੂ ਕਰਨ ਦੀ ਲੋੜ ਨਹੀਂ ਜੀ, ਕੋਈ ਬਹਿਸ ਮੁਹਾਫਜ਼ਾ ਹੋ ਨਹੀਂ ਸਕਦਾ ਜੀ, ਕਿਉਂਕਿ ਸਿੱਖਾਂ ਦਾ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਆ ਲਿਵਿੰਗ ਕਾਰਪੋਰੇਟ ਗੁਰੂ ਆ, ਜਿੰਦਾ ਜਾਗਦਾ ਗੁਰੂ ਆ ਜੀ। ਤੋ ਉਸ ਦਾ ਸਥਾਨ ਆ ਜਿਹੜਾ ਉਹ ਪ੍ਰੋਫਿਟ ਤੋਂ ਵੀ ਉੱਪਰ ਆ, ਉਹ ਗੁਰੂ ਨੇ ਆਪ ਕਰਕੇ ਦਿਖਾਇਆ ਕਿਸ ਤਰੀਕੇ ਨਾਲ। ਜਦੋਂ ਪੋਥੀ ਸਾਹਿਬ ਕੰਪਾਈਲ ਕਰਕੇ ਲੈ ਕੇ ਆਏ ਆ, ਤਾਂ ਉਹ ਜਦੋਂ ਦਰਬਾਰ ਸਾਹਿਬ 'ਚ ਆਏ, ਉਸ ਤੋਂ ਪਹਿਲਾਂ ਗੁਰੂ ਆਪ ਮਹਾਰਾਜ ਮੰਜੀ ਸਾਹਿਬ ਤੇ ਬਿਰਾਜਮਾਨ ਹੋ ਕੇ ਸੁਸ਼ੋਭਿਤ ਹੋਇਆ ਕਰਦੇ ਸੀ ਸਿੱਖਾਂ ਨੂੰ, ਜਿਹੜੇ ਫਰਸ਼ ਦੇ ਉੱਤੇ ਬੈਠਦੇ ਸੀਗੇ ਜੀ, ਉਹ ਸੁਣਦੇ ਸੀ ਗੁਰੂ ਦਾ ਵਿਖਿਆਨ। ਜਿਸ ਦਿਨ ਲੈ ਕੇ ਆਏ ਜੀ, ਉਸ ਦਿਨ ਮਹਾਰਾਜ ਨੇ ਆਪਣੀ ਨਿਗਰਾਨੀ ਦੇ ਵਿੱਚ ਇੱਕ ਬਹੁਤ ਬੜਾ ਸਪਿਰਚੁਅਲ ਵਰਲਡ ਦੇ ਵਿੱਚ ਇੱਕ ਬਹੁਤ ਬੜਾ ਰੈਵੋਲੂਸ਼ਨਰੀ ਸਟੈਪ ਲਿਆ। ਉਹ ਕੀ ਸਟੈਪ ਲਿਆ ਕਿ ਮਹਾਰਾਜ ਨੇ ਪੋਥੀ ਨੂੰ ਮੰਜੀ ਸਾਹਿਬ ਦੇ ਉੱਤੇ ਬਿਰਾਜਮਾਨ ਕਰਕੇ ਆਪ ਨੀਚੇ ਫਰਸ਼ ਦੇ ਉੱਤੇ ਆ ਗਏ ਜੀ। ਦੁਨੀਆ ਦੇ ਸਪਿਰਚੁਅਲ ਇਤਿਹਾਸ ਦੇ ਵਿੱਚ ਇਹ ਇੱਕ ਬਹੁਤ ਬੜਾ ਲੈਂਡਮਾਰਕ ਹੈ ਜੀ। ਕਿਸ ਤਰੀਕੇ ਨਾਲ ਲੈਂਡਮਾਰਕ ਆ? ਦੁਨੀਆ ਦੇ ਇਤਿਹਾਸ ਦੇ ਵਿੱਚ ਜਿਹੜੇ ਜਿੰਨੇ ਵੀ ਪ੍ਰੋਫਿਟ ਹੋਏ ਆ, ਚਾਹੇ ਉਹ ਇਸਲਾਮ ਦਾ ਪ੍ਰੋਫਿਟ ਆ, ਪ੍ਰੋਫਿਟ ਮੁਹੰਮਦ, ਉਹ ਕਹਿ ਜ਼ਰੂਰ ਦਿੰਦੇ ਆ ਅਹਿਲੇ ਕਿਤਾਬ ਜੀ। ਇਸੇ ਤਰੀਕੇ ਦੇ ਨਾਲ ਕ੍ਰਿਸਚੈਨਿਟੀ ਆ, ਜੂਡਾਇਜ਼ਮ ਆ, ਜਾਂ ਦੂਸਰੇ ਰਿਲੀਜਨ ਆ, ਉਹ ਕਹਿੰਦੇ ਆ ਰਿਲੀਜਨ ਆਫ ਦੀ ਬੁੱਕ। ਲੇਕਿਨ ਜਿਹੜੀ ਅਹਿਲੇ ਕਿਤਾਬ ਵੀ ਆ ਜਾਂ ਰਿਲੀਜਨ ਆਫ ਦੀ ਬੁੱਕ ਹੈਗਾ, ਉਹ ਸਭ ਅਧੀਨ ਆ ਪ੍ਰੋਫਿਟ ਦੇ। ਇੱਥੇ ਜਿਹੜਾ ਹੈ ਉਹ ਗੁਰੂ ਨੇ ਕਰਕੇ ਦਿਖਾਇਆ ਕਿ ਗੁਰੂ ਅਧੀਨ ਹੈ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਜੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਇੱਕ ਲਿਵਿੰਗ ਕਾਰਪੋਰੇਟ ਗੁਰੂ ਆ ਸਿੱਖਾਂ ਦਾ, ਜਿੰਦਾ ਜਾਗਦਾ ਗੁਰੂ ਹੈ।
ਔਰ ਇਸੇ ਕਰਕੇ ਅਸੀਂ ਉਸ ਨੂੰ ਇਸ ਤਰੀਕੇ ਦੇ ਨਾਲ ਕਦੇ ਨਹੀਂ ਕਹਿ ਸਕਦੇ ਜਿਸ ਤਰ੍ਹਾਂ ਬਾਈਬਲ ਕੱਛ 'ਚ ਲੈ ਕੇ ਤੁਸੀਂ ਤੁਰ ਜਾਓ ਜਾਂ ਹੋਟਲਾਂ ਰੈਸਟੋਰੈਂਟਾਂ ਦੇ ਵਿੱਚ ਬਾਈਬਲ ਟੇਬਲਾਂ ਦੇ ਉੱਤੇ ਪਈ ਹੈ, ਇਹ ਨਹੀਂ ਹੋ ਸਕਦਾ ਜੀ ਜੀ ਜੀ, ਕਿਉਂਕਿ ਉਹ ਸਾਡਾ ਸਤਿਕਾਰਿਤ ਲਿਵਿੰਗ ਗੁਰੂ ਹੈ ਜੀ, ਉਹ ਸਾਨੂੰ ਜ਼ਿੰਦਾ ਜਾਗਦਾ ਆਦੇਸ਼ ਦੇ ਰਿਹਾ, ਜ਼ਿੰਦਾ ਜਾਗਦਾ ਹੈ, ਅਸੀਂ ਉਸ ਨੂੰ ਇਸ ਤਰੀਕੇ ਨਾਲ ਪ੍ਰਮਾਣਿਕ ਮੰਨਦੇ ਹਾਂ ਜੀ, ਉਸ ਦੇ ਉੱਤੇ ਕੋਈ ਮਤਲਬ ਉਹਦੇ 'ਚ ਕੋਈ ਘਾਟਾ ਵਾਧਾ ਨਹੀਂ ਹੋ ਸਕਦਾ ਜੀ, ਜਿਵੇਂ ਬਾਈਬਲ ਦੀਆਂ 2 ਵਰਸ਼ਨਸ ਹੈਗੀਆਂ, ਓਲਡ ਟੈਸਟਾਮੈਂਟ ਤੇ ਨਿਊ ਟੈਸਟਾਮੈਂਟ, ਖੈਰ ਉਹਦੀ ਮੈਂ ਡਿਟੇਲ 'ਚ ਨਹੀਂ ਜਾਂਦਾ ਜੀ, तो ਉਸ ਦੇ ਵਿੱਚ ਮਹਾਰਾਜ ਨੇ ਇੱਕ ਚੀਜ਼ ਪਹਿਲਾਂ ਲਿਖੀ, ਪੋਥੀ ਪਰਮੇਸ਼ਰ का थान जी, ਪੋਥੀ ਪਰਮੇਸ਼ਰ का थान मतलब ਪੋਥੀ ਸਾਹਿਬ ਕਹਿੰਦੇ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਇਹ ਰੱਬ ਦੀ ਜਗ੍ਹਾ ਹੈ। ਸਿੱਖ ਨੇ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਤੱਕ ਪਹੁੰਚਣਾ, ਉਹਦੇ ਲਈ ਉਹੀ ਰੱਬ ਹੈ, ਉਹੀ ਪਰਮੇਸ਼ਰ ਹੈ ਉਹਦੇ ਲਈ। ਤਾਂ ਦੂਜੇ ਜਿਹੜੀਆਂ ਜਿੰਨੀਆਂ ਵੀ ਦੂਸਰੀਆਂ ਸਕ੍ਰਿਪਚਰਸ ਹੈਗੀਆਂ ਜੀ, ਚਾਹੇ ਕੁਰਾਨ ਆ, ਚਾਹੇ ਬਾਈਬਲ ਆ, ਜਾਂ ਦੂਸਰੀ ਟੋਰਾ ਹੈ, ਜੋ ਵੀ ਦੁਨੀਆਵੀ ਸਕ੍ਰਿਪਚਰਸ ਆ, ਉਹ ਰਸਤਾ ਦੱਸਦੀਆਂ ਰੱਬ ਤੱਕ ਪਹੁੰਚਣ ਦਾ ਜੀ, ਵੀ ਭਾਈ ਆਹ ਰਸਤਾ ਹੈ, ਇਸ ਤਰ੍ਹਾਂ ਤੁਸੀਂ ਕਰੋ, ਇਹ ਤੁਹਾਡੀ ਕਿਰਿਆ ਹੈ, ਇਹ ਪ੍ਰੋਸੈਸ ਹੈ ਤੁਹਾਡਾ, ਇਹ ਅਡਾਪਟ ਕਰੋਗੇ ਤੁਸੀਂ ਰੱਬ ਤੱਕ ਪਹੁੰਚ ਜਾਓਗੇ ਜੀ। ਸਿੱਖ ਲਈ ਆਦੇਸ਼ ਹੈ ਕਿ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਪਰਮੇਸ਼ਰ ਮੰਨ ਕੇ ਉੱਥੇ ਤੱਕ ਪਹੁੰਚਣਾ, ਉਦੋਂ ਅੱਗੇ ਕੋਈ ਚੀਜ਼ ਨਹੀਂ ਜੀ। ਤੋ ਉਹ ਜੇ ਪਰਮੇਸ਼ਰ ਹੈ, ਜੋ ਰੱਬ ਹੈ, ਤਾਂ ਉਸ ਦੇ ਵਿੱਚ ਮਤਲਬ ਬਹੁਤ ਕਲੀਅਰ ਕੱਟ ਸ਼ਬਦਾਂ ਦੇ ਵਿੱਚ ਦੇਖੋ 1226 ਪੰਨੇ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਹਾਰਾਜ ਨੇ ਆਪ ਲਿਖਿਆ, ਪੋਥੀ ਪਰਮੇਸ਼ਰ का थान। ਇਹ ਵਾਕ ਬੜਾ ਸਪਸ਼ਟ ਹੈ, ਜੀ ਜੀ ਜੀ, ਬੜਾ ਸਪਸ਼ਟ ਹੈ, ਇਸ ਵਿੱਚ ਕੋਈ ਕਨਫਿਊਜ਼ਨ ਹੈ ਹੀ ਨਹੀਂ। ਤਾਂ ਅੱਗੇ ਜਾ ਕੇ ਮਹਾਰਾਜ ਲਿਖਦੇ ਆ 1136 ਪੰਨੇ ਤੇ ਲਿਖਦੇ ਆ, ਇੱਕ ਤੁਕ ਹੈਗੀ ਔਰ ਇੰਨੀ ਕਮਾਲ ਦੀ ਤੁਕ ਆ ਉਹ, ਮੈਂ ਸਮਝਦਾ ਕਿੱਡਾ ਵੱਡੇ ਤੋਂ ਵੱਡਾ ਵਿਦਵਾਨ ਹੋਵੇ, ਹਾਰਵਰਡ ਯੂਨੀਵਰਸਿਟੀ 'ਚ ਹੋਵੇ, ਆਕਸਫੋਰਡ ਯੂਨੀਵਰਸਿਟੀ 'ਚ ਹੋਵੇ, ਕੈਂਬਰਿਜ 'ਚ ਹੋਵੇ, ਲੰਡਨ 'ਚ ਹੋਵੇ, ਕਿਸੇ ਹੋਰ ਬਹੁਤ ਬੜੀ ਮਠਾਂ 'ਚ ਬੈਠੇ ਹੋਣ, ਉਹ ਇੰਨੇ ਛੋਟੇ ਸ਼ਬਦਾਂ ਵਿੱਚ ਇੰਨੀ ਸਪਸ਼ਟਤਾ ਦੇ ਵਿੱਚ ਗੱਲ ਕਹਿ ਹੀ ਨਹੀਂ ਸਕਦਾ ਜੋ ਗੁਰੂ ਨੇ ਕਹਿ ਕੇ ਲਿਖ ਕੇ ਦੇ ਦਿੱਤੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਕੀਤੀ ਹੋਈ 1136 ਪੰਨੇ ਦੇ। ਕੀ ਹੈ ਜੀ? ਵਰਤ ਨਾ ਰਹੋ ਨਾ ਮੈਂ ਰਮਦਾਨਾ, ਤਿਸ ਸੇਵੀ ਜੋ ਰੱਖੇ ਨਿਦਾਨਾ। ਜੀ, ਏਕ ਗੁਸਾਈ ਅੱਲਾ ਮੇਰਾ, ਇੱਕੋ ਹੀ ਰੱਬ ਆ ਮੇਰਾ ਜੀ। ਹਿੰਦੂ ਤੁਰਕ ਦੋਹਾਂ ਨਿਬੜਾ, ਮੈਂ ਹਿੰਦੂਆਂ ਨਾਲੋਂ ਵੀ ਨਿਬੜਾ ਕਰ ਲਿਆ, ਤੁਰਕ ਮੁਸਲਮਾਨਾਂ ਤੋਂ ਮਤਲਬ ਹੈ, ਮੁਸਲਮਾਨਾਂ ਨਾਲ ਵੀ ਮੇਰਾ ਨਿਬੜਾ ਹੋ ਗਿਆ, ਮੇਰਾ ਉਹਨਾਂ ਨਾਲ ਕੋਈ ਕਿਸੇ ਕਿਸਮ ਦਾ ਰਿਸ਼ਤਾ ਨਹੀਂ, ਰਿਲੇਸ਼ਨਸ਼ਿਪ ਨਹੀਂ ਹੈਗਾ। ਜੇ ਰਿਲੇਸ਼ਨਸ਼ਿਪ ਹੈ ਹਿਊਮਨ ਲੈਵਲ ਦੇ ਉੱਤੇ ਹੈਗਾ। ਅੱਗੇ ਹੈ ਹੱਜ ਕਾਬੇ ਜਾਓ ਨਾ ਤੀਰਥ ਪੂਜਾ, ਨਾ ਮੈਂ ਕਾਬੇ ਜਾਣਾ, ਨਾ ਮੈਂ ਹੱਜ 'ਚ ਜਾਣਾ, ਮੈਂ ਤੀਰਥ ਹਿੰਦੂਆਂ ਦੇ ਤੀਰਥ ਆ, ਨਾ ਮੈਂ ਉੱਥੇ ਜਾਣਾ, ਨਾ ਉਹਨਾਂ ਨੂੰ ਪੂਜਦਾ ਜੀ, ਨਾ ਮੈਂ ਕਾਬੇ ਜਾਣਾ, ਨਾ ਮੈਂ ਹੱਜ ਤੇ ਜਾਣਾ, ਨਾ ਮੈਂ ਤੀਰਥਾਂ ਨੂੰ ਪੂਜਦਾ। ਅੱਗੇ ਕੀ ਕਰੇ? ਇੱਕੋ ਸੇਵੀ ਅਵਰ ਨਾ ਦੂਜਾ, ਇੱਕੋ ਰੱਬ ਨੂੰ ਮੈਂ ਮੰਨਣ ਵਾਲਾ, ਹੋਰ ਕਿਸੇ ਨੂੰ ਮੈਂ ਮੰਨਦਾ ਹੀ ਨਹੀਂ ਜੀ। ਮੈਂ ਕਿਸੇ ਮੂਰਤੀ ਨੂੰ ਨਹੀਂ ਮੰਨਦਾ, ਮੈਂ ਕਿਸੇ ਮੰਦਿਰ ਨੂੰ ਨਹੀਂ ਮੰਨਦਾ, ਮੈਂ ਕਿਸੇ ਮਸਜਿਦ ਨੂੰ ਨਹੀਂ, ਕਿਸੇ ਚੀਜ਼ ਨੂੰ ਨਹੀਂ ਮੈਂ ਮੰਨਦਾ, ਮੈਂ ਸਿਰਫ ਇੱਕੋ ਰੱਬ ਨੂੰ ਮੰਨਣਾ। ਡੈਫੀਨਿਟਲੀ ਜੀ। ਪੂਜਾ ਕਰੂੰ ਨਾ ਨਿਵਾਜ ਗੁਜ਼ਾਰੂ ਜੀ। ਪੂਜਾ ਹਿੰਦੂ ਕਰਦੇ ਆ, ਰਿਚੁਅਲਿਜ਼ਮ ਆ ਉਹਨਾਂ ਦਾ ਰਿਲੀਜਨ, ਵੀ ਮੈਂ ਉਹ ਨਾ ਨਿਵਾਜ ਕਰਦਾ, ਕੁਰਾਨ ਦੀ ਨਿਵਾਜ ਪੜ੍ਹਦੇ ਕਿ ਨਹੀਂ। ਤੋ ਇਹ ਏਕ ਨਿਰੰਕਾਰ ਲੈ ਹਿਰਦੇ ਨਮਸਕਾਰੂ, ਇੱਕ ਨਿਰੰਕਾਰ ਫਾਰਮਲੈਸ ਗੋਡ, ਉਸ ਨੂੰ ਮੈਂ ਆਪਣੇ ਹਿਰਦੇ ਦੇ ਵਿੱਚ ਵਸਾਇਆ ਪਿਆ, ਉਹ ਮੇਰਾ ਗੁਰੂ ਆ, ਉਹ ਮੇਰਾ ਰੱਬ ਆ, ਉਹ ਮੇਰਾ ਪਰਮੇਸ਼ਰ ਆ। ਅੱਗੇ ਕੀ ਉਹ ਕੀ ਕਹਿ ਰਿਹਾ? ਦੇਖੋ ਮਹਾਰਾਜ ਕੀ ਕਹਿ ਰਿਹਾ, ਨਾ ਹਮ ਹਿੰਦੂ ਨਾ ਮੁਸਲਮਾਨ ਜੀ। ਸਾਫ਼ ਹੈ, ਇਹਦੇ 'ਚ ਕੋਈ ਕਨਫਿਊਜ਼ਨ ਹੈ ਹੀ ਨਹੀਂ, ਇਹਦੇ 'ਚ ਕੋਈ ਦੂਸਰੀ ਦੀ ਇੰਟਰਪ੍ਰੀਟੇਸ਼ਨ ਹੋ ਹੀ ਨਹੀਂ ਸਕਦੀ। ਅਗਲੀ ਗੱਲ ਹੀ ਮੁੱਕ ਗਈ। ਹਾਂ, ਅਗਲੀ ਗੱਲ ਹੀ ਅੱਗੇ ਕੀ ਹੈ? ਅੱਲਾ ਰਾਮ ਕੇ ਪਿੰਡ ਪੁਰਾਣ ਜੀ। ਤਾਂ ਸਾਡਾ ਤਾਂ ਕੋਈ, ਅਸੀਂ ਨਾ ਹਿੰਦੂ ਆ ਨਾ ਮੁਸਲਮਾਨ ਆ, ਅਸੀਂ ਤਾਂ ਇੱਕ ਵੱਖਰੇ ਹਾਂ। ਹੁਣ ਇਸ ਦਾ ਅੰਗਰੇਜ਼ੀ ਦਾ ਮੈਂ ਤੁਹਾਨੂੰ ਟਰਾਂਸਲੇਸ਼ਨ, ਤਾਂ ਕਿ ਤੁਹਾਡੇ ਜਿਹੜੇ ਸਰੋਤੇ ਅੰਗਰੇਜ਼ੀ ਪੜ੍ਹਨ ਵਾਲੇ ਬੱਚੇ ਅੱਜ ਕੱਲ੍ਹ ਦੇ, ਉਹ ਇਹ ਸਮਝ ਲੈਣ ਜੀ। ਉਹ ਕੀ ਕਹਿ ਰਿਹਾ ਅੰਗਰੇਜ਼ੀ ਦਾ, ਇਹਦਾ ਹੀ ਟਰਾਂਸਲੇਸ਼ਨ ਆ, ਆਈ ਡੂ ਨਾਟ ਕੀਪ ਦੀ ਹਿੰਦੂ ਫਾਸਟ ਜੀ। ਉਹ ਰੱਖਦੇ ਆ ਨਾ ਵਰਤ, ਜਿਹੜੇ ਹਿੰਦੂ ਰੱਖਦੇ ਆ, ਸਿੱਖਾਂ 'ਚ ਕੋਈ ਵਰਤ ਦੀ ਉਹ ਨਹੀਂ ਹੈਗੀ। ਜੇ ਤਾਂ ਤੁਹਾਨੂੰ ਫਿਜ਼ੀਕਲ ਲੋੜ ਹੈਗੀ ਆ ਓਵਰ ਈਟਿੰਗ ਕਰ ਲਈ, ਡਾਈਟ ਨਾਰਮਲ ਚੀਜ਼ ਆ ਜੀ, ਵਰਨਾ ਵਰਤਾ ਧਾਰਮਿਕ ਤੌਰ ਤੇ ਨਹੀਂ ਹੈਗਾ, ਧਾਰਮਿਕ ਤੌਰ ਤੇ ਨਹੀਂ, ਤੁਹਾਡਾ ਫਿਜ਼ੀਕਲ ਤੌਰ ਤੇ ਹੋ ਸਕਦਾ ਜੀ ਜੀ। I do not keep the Hindu fast nor the Muslim Ramadan ਜੀ। ਰਮਜ਼ਾਨ ਕਰਦੇ ਨੇ ਮੁਸਲਮਾਨ, ਉਹਦੇ 'ਚ ਵੀ ਰੋਜ਼ੇ ਰੱਖਦੇ ਆ, ਨਾ ਮੈਂ ਉਹ ਕਰਦਾ, ਨਾ ਮੈਂ ਵਰਤ ਰੱਖਦਾ। ਤਾਂ ਕੀ ਆ? I serve him alone who is my refuge, ਮੈਂ ਉਸ ਨੂੰ ਰੱਬ ਨੂੰ ਮੰਨਣ ਵਾਲਾ
ਜਿਹੜਾ ਮੈਨੂੰ ਮਤਲਬ ਜਿਹੜਾ ਮੈਨੂੰ ਜੋ ਮਰਜ਼ੀ ਪਨਾਹ ਦੇ ਰਿਹਾ, ਜਿਹੜਾ ਮੈਨੂੰ ਲਾਈਫ ਦੇ ਰਿਹਾ, ਜਿਹੜਾ ਮੈਨੂੰ ਜ਼ਿੰਦਗੀ ਦੇ ਰਿਹਾ ਜੀ। ਅੱਗੇ ਕੀ ਕਹਿ ਰਿਹਾ, ਆਈ ਸਰਵ ਦਾ ਵਨ ਮਾਸਟਰ, ਮਾਸਟਰ ਐਮ ਕੈਪੀਟਲ ਆ ਰੱਬ ਤੋਂ ਜੀ, ਵੀ ਮੈਂ ਇੱਕ ਰੱਬ ਨੂੰ ਮੰਨਾਂ, ਹੂ ਇਜ਼ ਆਲਸੋ ਅੱਲਾਹ, ਜਿਹੜਾ ਅੱਲਾਹ ਵੀ ਆ, ਰਾਮ ਵੀ ਆ, ਰੱਬ ਵੀ ਆ, ਸਭ ਕੁਝ, ਰਹੀਮ ਵੀ ਆ, ਸਭ ਕੁਝ ਉਹੀ ਹੈ ਮੇਰੇ ਲਈ। ਆਈ ਹੈਵ ਬ੍ਰੋਕਨ ਵਿਦ ਦੀ ਹਿੰਦੂ ਐਂਡ ਦੀ ਮੁਸਲਿਮ। ਕਿੰਨਾ ਸਪਸ਼ਟ ਹੈ, ਮੈਂ ਟੁੱਟ ਚੁੱਕਿਆ ਹਿੰਦੂ ਨਾਲੋਂ ਵੀ ਮੁਸਲਮਾਨ ਨਾਲੋਂ, ਸਿਧਾਂਤਕ ਤੌਰ ਤੇ ਤੋੜ ਵਿਛੋੜਾ ਕਰ ਲਿਆ ਟੋਟਲ ਜੀ, ਟੋਟਲ। ਤੋ ਸਪਿਰਚੁਅਲ ਲੈਵਲ ਤੇ, ਸਿਧਾਂਤਕ ਤੌਰ ਤੇ, ਰਿਲੀਜੀਅਸ ਲੈਵਲ ਦੇ ਉੱਤੇ ਹੋਰ ਜਿਹੜੀਆਂ ਫਾਰਮੈਲਿਟੀਜ਼ ਦਿਨ ਬ ਦਿਨ ਹੁੰਦੀਆਂ, ਬ੍ਰਾਹਮਣ ਕਰਾਉਂਦਾ ਰਿਚੁਅਲਿਜ਼ਮ, ਇਸੇ ਤਰੀਕੇ ਨਾਲ ਮੁਸਲਮਾਨ ਕਰਾਉਂਦਾ ਇਸ ਕਿਸਮ ਦੀਆਂ ਜਿਹੜੀਆਂ ਪ੍ਰੈਕਟਿਸਿਸ, ਉਹਨਾਂ ਸਾਰਿਆਂ ਨਾਲ ਮੇਰਾ ਕੋਈ ਰਿਸ਼ਤਾ ਨਹੀਂ। ਮੈਂ ਸਾਰਿਆਂ ਤੋਂ, ਹਿੰਦੂਆਂ ਤੋਂ ਵੀ ਟੁੱਟ ਚੁੱਕਿਆ, ਮੁਸਲਮਾਨਾਂ ਤੋਂ ਵੀ ਟੁੱਟ ਚੁੱਕਿਆ। ਅੱਗੇ ਕੀ ਕਹਿ ਰਹੇ ਮਹਾਰਾਜ, ਆਈ ਵਿਲ ਨਾਟ ਵਰਸ਼ਿਪ ਵਿਦ ਦੀ ਹਿੰਦੂ। ਮੈਂ ਹਿੰਦੂ ਦੇ ਨਾਲ ਜਾ ਕੇ ਆ ਜੋ ਕੁਛ ਉੱਥੇ ਕਰਕੇ ਆਇਆ ਇਕਬਾਲ ਸਿੰਘ, ਉਹੀ ਕਰਕੇ ਆਇਆ ਨਾ। ਮਹਾਰਾਜ ਕੀ ਕਹਿ ਰਿਹਾ, I shall not serve, I will not worship with the Hindu nor like the Muslim go to Makkah। ਨਾ ਮੈਂ ਮੱਕੇ ਜਾਣਾ, ਨਾ ਮੈਂ ਉਹਦੇ ਨਾਲ ਬੈਠ ਕੇ ਰਿਚੁਅਲਿਜ਼ਮ ਕਰਦਾ ਹਿੰਦੂਆਂ ਦਾ। ਆ ਇਕਬਾਲ ਸਿੰਘ ਨੇ ਜੋ ਕੁਝ ਕੀਤਾ ਇਹ ਟੋਟਲੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸਪਿਰਿਟ ਦੇ ਖਿਲਾਫ ਆ। ਤੋ ਅੱਗੇ ਕੀ ਹੈ ਜੀ, I shall serve him and no other। ਹਿਮ ਤੋਂ ਮਤਲਬ ਪਰਮਾਤਮਾ, ਇੱਕੋ ਰੱਬ ਜਿਹੜਾ ਫਾਰਮਲੈਸ ਹੈ, ਨਿਰੰਕਾਰ ਹੈ। ਅੱਗੇ ਕੀ ਕਹਿ ਰਹੇ ਮਹਾਰਾਜ, ਆਈ ਵਿਲ ਨਾਟ ਪ੍ਰੇ ਟੂ ਦੀ ਆਈਡਲਸ। ਮੈਂ ਬੁੱਤ ਪ੍ਰਸਤੀ ਨਹੀਂ ਕਰਨੀ ਜੀ, ਮੈਂ ਬੁੱਤ ਪੂਜਾ ਨਹੀਂ ਕਰਨੀ ਜੀ, ਮੈਂ ਬੁੱਤਾਂ ਦੇ ਅੱਗੇ ਸਿਰ ਨਹੀਂ ਝੁਕਾਉਣਾ। ਤਾਂ ਉਹ ਸਪਸ਼ਟ ਹੈ ਇਹਦੇ ਚ ਕੋਈ, ਹੁਣ ਜੋ ਉੱਥੇ ਕਰਕੇ ਆਇਆ ਇਕਬਾਲ ਸਿੰਘ, ਉਹ ਬੁੱਤ ਪੂਜਾ ਹੀ ਕਰਕੇ ਆਇਆ ਨਾ ਜੀ ਜੀ ਜੀ। ਤੋ ਆਈ ਸ਼ੈਲ ਨਾਟ ਪ੍ਰੇ ਟੂ ਦੀ ਆਈਡਲਸ ਨॉर ਸੇ ਦੀ ਮੁਸਲਿਮ ਪ੍ਰੇਅਰ। ਨਾ ਮੁਸਲਮਾਨਾਂ ਵਾਲੀ ਪ੍ਰੇਅਰ ਮੈਂ ਕਰਨੀ ਹੈ, ਸਮਝੇ ਕਿ ਨਹੀਂ। ਅੱਗੇ ਕੀ ਕਹਿੰਦਾ, ਆਈ ਸ਼ੈਲ ਪੁੱਟ ਮਾਈ ਹਾਰਟ ਐਟ ਦੀ ਫੀਟ ਆਫ ਵਨ ਸੁਪਰੀਮ ਬੀਇੰਗ ਜੀ। ਉਹ ਜਿਹੜਾ ਅਕਾਲ ਪੁਰਖ ਹੈ ਉਸ ਦੇ ਚਰਨਾਂ ਵਿੱਚ ਸਿਰ ਨਿਵਾਉਣਾ ਮੈਂ, ਉਹਨੂੰ ਸਮਰਪਿਤ ਹੋਣਾ ਮੈਂ, ਉਸ ਦੇ ਅੱਗੇ ਮੈਂ ਸਮਰਪਿਤ ਹੋ ਕੇ ਉਸ ਨੂੰ ਹੀ ਮੰਨਣਾ, ਹੋਰ ਕਿਸੇ ਨੂੰ ਨਹੀਂ ਮੰਨਣਾ। ਅੱਗੇ ਕੀ ਆ, ਫॉर ਵੀ ਆਰ ਨੀਦਰ ਹਿੰਦੂਸ ਨੌਰ ਮੁਸਲਮਾਨ ਜੀ। ਅਖੀਰ ਕਨਕਲੂਡ ਕਰ ਰਿਹਾ ਵੀ ਅਸੀਂ ਨਾ ਹਿੰਦੂ ਆ ਨਾ ਮੁਸਲਮਾਨ ਆ। ਹੁਣ ਸਿੱਖਾਂ ਨੂੰ ਕਿਸ ਗੱਲ ਦੀ ਚਿੰਤਾ, ਮੈਨੂੰ ਪਰੇਸ਼ਾਨੀ। ਮੈਂ ਇੱਕ ਗੱਲ ਮਾੜੀ ਟੋਕਦਾ, ਮੰਨ ਲਓ ਇਕਬਾਲ ਸਿੰਘ ਚਲੇ ਵੀ ਗਿਆ ਉੱਥੇ, ਤਾਂ ਇੰਨਾ ਰੌਲਾ ਵੀ ਕੀ ਪੈ ਗਿਆ ਕਿ ਇਕਬਾਲ ਸਿੰਘ ਸਾਰੇ ਕੌਮ ਨੂੰ ਰਿਪਰੈਜ਼ੈਂਟ ਕਰ ਰਿਹਾ। ਮੈਂ ਇਹੀ ਗੱਲ ਕਹਿਣ ਲੱਗਿਆ, ਇਕਬਾਲ ਸਿੰਘ ਦੀ ਕੀ ਔਕਾਤ ਹੈ ਜੀ, ਇਕਬਾਲ ਸਿੰਘ ਦੀ ਕੀ ਪੋਜੀਸ਼ਨ ਹੈ। ਹੁਣ ਮੈਂ ਇੱਥੇ ਤੁਹਾਨੂੰ ਦੱਸਣ ਲੱਗਿਆ ਇੱਕ ਹੋਰ ਬੜੀ ਇੰਪੋਰਟੈਂਟ ਗੱਲ। ਮਾਰੇ 10ਵੇਂ ਪਾਤਸ਼ਾਹ ਨੇ ਜੋ ਖਾਲਸੇ ਦੀ ਸਿਰਜਣਾ ਕੀਤੀ ਆ ਨਾ ਜੀ, ਉਸ ਵੇਲੇ ਕੀ ਕੀਤਾ, ਇੱਕ ਨਾਸ਼ ਡਾਕਟਰਿਨ ਦਿੱਤਾ ਉਹਨਾਂ ਨੇ ਜੀ। ਕੀ ਆ ਉਹ ਨਾਸ਼ ਡਾਕਟਰਿਨ, ਉਹ ਕੀ ਨਾਸ਼ ਡਾਕਟਰਿਨ ਕਹਿੰਦਾ ਵੀ ਜਿਹੜਾ ਮੈਂ ਜਦੋਂ ਖਾਲਸਾ ਸਾਜਿਆ ਗਿਆ ਨਾ, ਉਸ ਤੋਂ ਬਾਅਦ ਮੇਰਾ ਕੀ ਪੋਜੀਸ਼ਨ ਹੋ ਗਈ ਕਿ ਕੁਲ ਨਾਸ਼, ਜਿਸ ਦੀ ਗੱਲ ਇਕਬਾਲ ਸਿੰਘ ਕਰ ਰਿਹਾ ਵੀ ਜਿਹੜਾ ਗੁਰੂ ਹੈ ਉਹ ਲਵ ਕੁਸ਼ ਦੀ ਔਲਾਦ ਆ। ਲਵ ਰਾਮਚੰਦਰ ਦਾ ਮੁੰਡਾ ਸੀਗਾ, ਜਿਹੜਾ ਮਿਥੀਕਲ ਕੈਰੈਕਟਰ ਹੈਗੇ ਸਾਡੇ, ਜੇ ਰੀਅਲ ਕੈਰੈਕਟਰ ਹੀ ਨਹੀਂ ਹੈਗੇ। ਤਾਂ ਉਹ ਗੱਲ ਦਾ ਗੁਰੂ ਕੀ ਕਹਿ ਰਿਹਾ, ਕੁਲ ਨਾਸ਼, ਕਿਰਤ ਨਾਸ਼, ਧਰਮ ਨਾਸ਼, ਕਰਮ ਨਾਸ਼। ਚਾਰ ਨਾਸ਼ ਕਹਿੰਦਾ ਜੇ ਕਰਕੇ ਆਏਗਾ ਤਾਂ ਇੱਥੇ ਆ, ਤਾਂ ਤੂੰ ਅੰਮ੍ਰਿਤ ਛਕ। ਕਿਰਪਾਨ ਤਾਂ ਪਾਈ ਵੀ ਹੈ ਇਕਬਾਲ ਸਿੰਘ ਨੇ, ਪਰ ਪੜਿਆ ਕੁਛ ਨਹੀਂ, ਪਾਈ ਵੀ ਹੱਥ 'ਚ ਫੜੀ ਵੀ ਹੈ, ਪੜਿਆ ਕੁਛ ਨਹੀਂ। ਮਤਲਬ ਕਿਸੇ ਗੱਲ ਦੀ ਸਮਝ ਨਹੀਂ, ਕਿਸੇ ਗੱਲ ਦੀ ਵਿਚਾਰ ਨਹੀਂ, ਕਿਸੇ ਗੱਲ ਦਾ ਅਧਿਐਨ ਨਹੀਂ, ਕਿਸੇ ਬੰਦੇ ਸਿਆਣੇ ਸਮਝਦਾਰ ਆਦਮੀ ਤੋਂ ਪੁੱਛਿਆ ਨਹੀਂ ਵੀ ਮਹਾਰਾਜ ਨੇ ਕੀ ਦਿੱਤਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਮੈਂ ਤੁਹਾਨੂੰ ਬਾਣੀ ਪੜ੍ਹ ਕੇ ਸੁਣਾਤੀ, ਅੱਗੇ ਮਹਾਰਾਜ 10ਵੇਂ ਪਾਤਸ਼ਾਹ ਉਸ ਗੱਲ ਨੂੰ ਸਪਸ਼ਟ ਹੀ ਕਰ ਰਹੇ ਵੀ ਮੈਂ ਜਦੋਂ ਖਾਲਸੇ ਦੇ ਵਿੱਚ ਆ ਗਿਆ ਤਾਂ ਮੇਰਾ ਜਿਹੜਾ ਪਿਛਲੀ ਕੁਲ ਆ ਉਹਦੇ ਨਾਲ ਕੋਈ ਰਿਸ਼ਤਾ ਨਹੀਂ ਜੀ। ਨਾ ਕੋਈ ਮੈਂ ਬੇਦੀ ਆ, ਨਾ ਮੈਂ ਕੋਈ ਸੋਢੀ ਆ, ਨਾ ਮੈਂ ਕੋਈ ਜੱਟ ਆ, ਨਾ ਮੈਂ ਕੋਈ ਹੋਰ ਆ। ਮੈਂ ਮਤਲਬ ਖਾਲਸਾ ਨਿਰੋਲ। ਖਾਲਸਾ ਕੀ ਆ, ਜਿਹੜਾ ਮੇਰਾ ਪਿਓ ਕੌਣ ਆ, ਮੇਰਾ ਪਿਓ ਹੈ ਗੁਰੂ ਗੋਬਿੰਦ ਸਿੰਘ। ਅਸੀਂ ਕਹਿੰਦੇ ਨੇ ਹਿੰਦੂ ਰਾਸ਼ਟਰ ਸਾਡੇ ਲਈ ਕੋਈ ਚੀਜ਼ ਨਹੀਂ ਹੈ। ਅਸੀਂ ਰਾਸ਼ਟਰ ਦੇ ਪ੍ਰਿਜ਼ਮ ਦੇ ਵਿੱਚ ਨਹੀਂ ਦੁਨੀਆ ਦੇ ਵਿੱਚ ਐਗਜ਼ਿਸਟ ਕਰਨਾ। ਸਾਡਾ ਜਿਹੜਾ ਬਾਪ ਹੈ ਉਹ ਗੁਰੂ ਗੋਬਿੰਦ ਸਿੰਘ ਹੈ, ਸਾਡੀ ਮਾਂ ਹੈਗੀ ਹੈ ਸਾਹਿਬ ਦੇਵਾ। ਅਸੀਂ ਕਿੱਥੇ ਦੇ ਰਹਿਣ ਵਾਲੇ ਆ, ਕੇਸ਼ਗੜ੍ਹ ਸਾਹਿਬ ਦੇ ਰਹਿਣ ਵਾਲੇ। ਉਹ ਸਾਡਾ, ਇਹ ਗੱਲ ਮੈਂ ਤੁਹਾਨੂੰ ਇਹ ਦੱਸਣ ਲੱਗਿਆ,
20ਵੀਂ ਸਦੀ ਦੇ ਵਿੱਚ ਵੀ ਜੀ ਜਦੋਂ ਸਿੱਖ ਮੋਰਚੇ ਲਾਉਂਦੇ ਸੀ, ਸਿੱਖਾਂ ਨੂੰ ਅਰੈਸਟ ਕਰਦੀ ਸੀ ਪੁਲਿਸ, ਤਾਂ ਉਸ ਨੂੰ ਪੁੱਛਦੀ ਸੀ ਵੀ ਤੇਰਾ ਕੀ ਨਾਂ? ਉਹ ਕਹਿੰਦਾ ਜੀ ਫਲਾਨਾ ਸਿੰਘ। ਉਹ ਕਹਿੰਦਾ ਤੇਰੇ ਬਾਪ ਦਾ ਨਾਮ ਕੀ ਆ? ਉਹ ਕਹਿੰਦਾ ਜੀ ਗੁਰੂ ਗੋਬਿੰਦ ਸਿੰਘ। ਤੇਰੀ ਮਾਂ ਦਾ ਨਾਮ ਕੀ ਆ? ਸਾਹਿਬ ਦੇਵਾ। ਕਿੱਥੇ ਦਾ ਰਹਿਣ ਵਾਲਾ? ਇਹ 3-4 ਚੀਜ਼ਾਂ ਹੀ ਪੁੱਛਦੀ ਹੈ ਨਾ ਪੁਲਿਸ। ਜਦੋਂ ਕਿਸੇ ਨੂੰ ਫੜਦੀ ਆ ਤਾਂ ਉਹ ਕਹਿੰਦੇ ਸੀ ਅਸੀਂ ਤਾਂ ਜੀ ਕੇਸ਼ਗੜ੍ਹ ਸਾਹਿਬ ਆ ਸਾਡਾ, ਤਾਂ ਅਸੀਂ ਉੱਥੇ ਦੇ ਰਹਿਣ ਵਾਲੇ ਜੀ। ਇਹ ਗੱਲ ਮੈਂ ਆਪ ਦੇਖੀ ਆ, ਪੰਜਾਬੀ ਸੂਬੇ ਦੇ ਵਿੱਚ ਵੀ ਦੇਖੀ ਆ ਜੀ। ਤੋ ਮਤਲਬ ਚਿੰਤਾ ਸਿੱਖਾਂ ਨੂੰ ਕਾਸਦੀ ਆ, ਐਵੇਂ ਮਤਲਬ ਸਿੱਖ ਘਬਰਾਈ ਜਾਂਦੇ ਆ। ਇਕਬਾਲ ਸਿੰਘ ਦੀ ਕੀ ਔਕਾਤ ਹੈ ਜੀ? ਇਕਬਾਲ ਸਿੰਘ ਦੇ ਪੱਲੇ ਕੀ ਹੈ? ਹੋਰ 10 ਬੰਦੇ ਵੀ ਚਲੇ ਜਾਂਦੇ ਫਿਰ ਕੀ ਹੋ ਜਾਂਦਾ? 100 ਬੰਦਾ ਵੀ ਚਲਾ ਜਾਵੇ। ਹੁਣ ਇੱਥੇ ਗੱਲ ਆ ਜਿਹੜੀ ਤੁਸੀਂ ਗੱਲ ਕਹੀ ਹੈ, ਬੜੀ ਵਧੀਆ ਗੱਲ ਆ। ਗੁਰੂ ਮਹਾਰਾਜ 10ਵੇਂ ਪਾਤਸ਼ਾਹ 3 ਸ਼ਕਤੀਆਂ ਦੇ ਖਿਲਾਫ ਲੜੇ ਜੀ। 3 ਧਿਰਾਂ ਦੇ ਖਿਲਾਫ ਲੜੇ ਆ। ਉਹ ਕਿਹੜੀਆਂ ਧਿਰਾਂ ਜੀ? ਪਹਿਲਾਂ ਤਾਂ ਮਸੰਦ ਆ ਜੀ। ਮਸੰਦਾਂ ਗੁਰੂ ਮਹਾਰਾਜ ਨੇ ਸਮਝਿਆ ਵੀ ਸਭ ਤੋਂ ਘਾਤਕ, ਸਭ ਤੋਂ ਜ਼ਿਆਦਾ ਨੁਕਸਾਨ ਦੇਣ ਵਾਲੇ ਸਿੱਖ ਪੰਥ ਨੂੰ ਕੌਣ ਆ? ਮਸੰਦ ਜੀ। ਦੂਸਰੇ ਕੌਣ ਆ ਜੀ? ਹਿੰਦੂ ਹਿਲ ਰਾਜੇ ਆ ਜਿਹੜੇ ਪਹਾੜੀ ਰਾਜੇ ਜਿਹੜੇ ਆ। ਤੀਸਰਾ ਕੌਣ ਆ ਜੀ? ਤੀਸਰਾ ਮੁਗਲ ਸਲਤਨਤ ਹੈ ਜੀ। ਮੁਸਲਮਾਨ ਨਹੀਂ, ਮੁਗਲ ਸਲਤਨਤ ਜਿਹੜੀ ਸੀ, ਮੁਗਲ ਸਲਤਨਤ ਜੀ। ਤੋ ਜੇ ਇਕਬਾਲ ਸਿੰਘ ਵਰਗਾ ਮਸੰਦ ਜਾਂ ਉਹ ਜੇ ਰਾਸ਼ਟਰੀ ਸਿੱਖ ਸੰਗਤ ਵਾਲੇ ਜਿਹੜੇ ਮਸੰਦ ਆ, ਜੇ ਉਹ ਖੜੇ ਆ ਤਾਂ ਉਹ ਸਿੱਖਾਂ ਦੇ ਵਿੱਚੋਂ ਤਾਂ ਨਹੀਂ ਹੈਗੇ, ਉਹ ਤਾਂ ਮਸੰਦ ਆ। ਉਹ ਤਾਂ ਮਹਾਰਾਜ ਨੇ ਕੜਾਹੇ ਵਿੱਚ ਤੇਲ ਪਾ ਕੇ ਉਸ ਵੇਲੇ ਭਸਮ ਕਰ ਦਿੱਤੇ, ਖਤਮ ਕਰ ਦਿੱਤੇ ਜੀ। ਤੋ ਇਸ ਕਿਸਮ ਦੇ ਮਸੰਦ ਉੱਠਦੇ ਰਹਿਣਗੇ ਜਿਹੜੇ ਸਿੱਖਾਂ ਦੇ ਪਹਿਰਾਵੇ ਦੇ ਵਿੱਚ ਲੋਕਾਂ ਨੂੰ ਭੁਲੇਖਾ ਪਾਉਂਦੇ ਰਹਿਣਗੇ ਜੀ। ਕਿਰਪਾਨ ਵੀ ਪਾ ਲੈਣਗੇ तो उस किस्म का पखंड भी करनगे, देवी देवते आइडल वर्शिप भी करनगे, उन्हां दी रिचुअलिज्म भी करनगे। तो उस तो घबराउण दी लोड़ नहीं। महाराज ने सारी चीज़ स्पष्ट करके लोकां नूं समझाउण दी कोशिश कीती है, क्योंकि सिख पंथ आ जिहड़ा वो दलित वर्ग दे विचों विचरिया जी। हुण इत्थे गल बड़ी इंटरस्टिंग आ। कल मोदी साहब ने 5 तरीक नूं तुहानूं पता ही आ भूमि पूजन दे विच बड़ियां वड्डियां गल्लां कीतियां। एक लफज भी वर्ण आश्रम धर्म बारे नहीं बोलिया। एक लफज मैं उन्होंने सारी स्पीच की एक चीज़ जी उसनूं समझण की कोशिश की है। उन्होंने एक गल नहीं कही भी जी मनुस्मृति आ किस तरीके दे नाल एक बहुत वड्डा जिहड़ा साडे समाज का बहुत ही वड्डा वर्ग आ जिन्हां ते हज़ारां सालां दे विच वर्ण आश्रम धर्म के ईन दे हेठ अत्याचार ते जुल्मो सितम हुण भी हो रहे विचारियां दे नाल, उन्हां दे नाल धक्के हो रहे, उन्हां नाल बहुत बड़ा जातियां हो रही। उस वेले तां बोले नहीं। फिर राम किहदा होया जी? तो मतलब कहण दा इह आ भी जिहड़ा वर्ण आश्रम धर्म है वो हिंदूइज्म का स्टील फ्रेम आ, उस दे विचों हिंदूइज्म निकल नहीं सकता जी। इसे करके मोदी साहब कल बोले ही नहीं इस गल ते एक लफ्ज़ नहीं भी जे राम तुसीं कह रहे हो तां सब दा जी, सिखां दा भी राम तुसीं कह दिता, हिंदुआं दा भी कहता, मुसलमान। थोड़ा जिर पहला ही दी प्रिंट एक न्यूज़ हैगा ग्रुप हैगा ਉਹਦੇ 'ਚ ਇੱਕ ਡਾਕੂਮੈਂਟਰੀ ਬਣਾਈ ਸੀ, ਵੀਡੀਓ ਡਾਕੂਮੈਂਟਰੀ। ਉਹਨਾਂ ਨੇ ਬਨਾਰਸ ਦੇ ਜਾਂ ਹੋਰ ਕਈ ਜਿਹੜੇ ਧਰਮ ਪ੍ਰਚਾਰਕ ਸੀ ਹਿੰਦੂਆਂ ਦੇ ਉਹਨਾਂ ਤੋਂ ਪੁੱਛਿਆ, ਉਹਨਾਂ ਨੇ ਸਪਸ਼ਟਲੀ ਕਿਹਾ ਕਿ ਮਨੁਸਿਮਰਤੀ ਲਾਗੂ ਹੋਣੀ ਚਾਹੀਦੀ ਹੈ ਔਰ ਬੜੇ ਜ਼ੋਰ ਸ਼ੋਰ ਨਾਲ ਉਹਨਾਂ ਨੇ ਕਿਹਾ। तो इस करके ਜਿਹੜਾ ਇਹ ਸਿਧਾਂਤ ਹੈ ਹਿੰਦੂਆਂ ਦਾ ਯੂਨੀਵਰਸਲਿਜ਼ਮ ਦੇ ਵਿੱਚ ਨਹੀਂ ਹੈਗਾ ਜੀ। ਇਹ ਇੱਕ ਬ੍ਰਾਹਮਣ ਜਿਹੜੀ ਜਮਾਤ ਹੈ ਉਸ ਦੀ ਸਰਵਿਸ ਦੇ ਵਿੱਚ ਤਾਂ ਤੁਸੀਂ ਉਸ ਫੋਲਡ 'ਚ ਜਾ ਸਕਦੇ ਹੋ ਜੀ, ਲੇਕਿਨ ਉਸ ਤੋਂ ਬਾਅਦ ਜੇ ਤੁਸੀਂ ਕਹੋ ਵੀ ਅਸੀਂ ਬ੍ਰਾਹਮਣ ਦੇ ਅਧੀਨ ਨਹੀਂ, ਬ੍ਰਾਹਮਣ ਨੂੰ ਸਮਰਪਿਤ ਨਹੀਂ, ਤਾਂ ਤੁਸੀਂ ਹਿੰਦੂ ਹੋ ਹੀ ਨਹੀਂ ਸਕਦੇ ਜੀ। तो इस करके वर्ण आश्रम धर्म की गल नहीं की मोदी साहब ने। और जिस किस्म के उन्होंने विचारियां ते जुल्मो सितम ते अत्याचार सदियों तो होंदे आ रहे हैं उस, और जे किसी ने सिद्धांतिक तौर पर स्पिरिचुअल मैन ने उन्होंने राहत दी है, गुरु नानक ने दी है, सिख गुरुआं ने दी है, श्री गुरु ग्रंथ साहब ने दी है। तो ਜਿਹੜੀ ਆਪਾਂ ਜਾਤ ਪਾਤ ਦੀ ਗੱਲ ਕਰ ਰਹੇ ਤਾਂ ਤੁਸੀਂ ਹੁਣ ਫਿਲਹਾਲ 2-4 ਦਿਨ ਪਹਿਲਾਂ ਦੀ ਗੱਲ ਆ ਕਿ ਯੂਪੀ ਦੇ ਵਿੱਚ ਇੱਕ ਦਲਿਤ ਨੌਜਵਾਨ ਲੜਕੀ ਮਾਰੀ ਗਈ ਤਾਂ ਉਹਦੀ ਡੈੱਡ ਬੋਡੀ ਚਿਖਾ ਦੇ ਉੱਪਰ ਰੱਖੀ ਹੋਈ ਉੱਚੀ ਜਾਤ ਵਾਲਿਆਂ ਨੇ ਚੱਕ ਕੇ ਪਰੇ ਕਰਤੀ ਕਿ ਸਾਡੇ ਸ਼ਮਸ਼ਾਨ ਘਾਟ ਦੇ ਵਿੱਚ ਇਹਦਾ ਸੰਸਕਾਰ ਨਹੀਂ ਹੋ ਸਕਦਾ। ਔਰ ਇੱਕ ਜਗ੍ਹਾ ਦੇ ਉੱਪਰ ਪਿੱਛੇ ਹੀ ਟਾਈਮਸ ਆਫ ਇੰਡੀਆ ਨੇ ਵੀਡੀਓ ਰਿਲੀਜ਼ ਕੀਤੀ ਸੀ, ਕਿਤੇ ਕਿਸੇ ਦਲਿਤ ਨੇ ਮੋਟਰਸਾਈਕਲ ਨੂੰ ਹੱਥ ਲਾਤਾ, ਉਹਨੂੰ ਬੜਾ ਬੁਰੀ ਤਰ੍ਹਾਂ ਕੁੱਟੇ ਹੱਥ ਲਾਉਣ ਦੇ ਨਾਲ ਹੀ। ਸੋ ਢਿੱਲੋਂ ਸਾਹਿਬ ਇਹ ਤਾਂ ਅਤਿਆਚਾਰ ਹੋ ਰਹੇ ਨੇ, ਲਗਾਤਾਰ ਹੋ ਰਹੇ ਨੇ। ਆਪਾਂ ਅੱਗੇ ਵਧਦੇ ਆ ਰਹੇ ਹਾਂ। ਮੈਂ ਤੁਹਾਨੂੰ ਹੁਣ ਤੁਸੀਂ ਬਹੁਤ ਇੰਟਰਸਟਿੰਗ ਗੱਲ ਹੈ ਜੀ। ਦੇਖੋ
ਕੱਲ ਮੋਦੀ ਸਾਹਿਬ ਨੇ ਗੱਲ ਬੜੀ ਕਹੀ ਵੀ ਅਸੀਂ ਤਾਂ ਬੜੇ ਬਲੀਦਾਨ ਦਿੱਤੇ ਆ ਜੀ। ਮੈਂ ਪੁੱਛਣਾ ਚਾਹੁੰਦਾ ਤੁਹਾਡੇ ਰਾਹੀਂ ਮੋਦੀ ਸਾਹਿਬ ਨੂੰ ਜਾਂ ਉਹਨਾਂ ਦੇ ਜਿਹੜੇ ਸਮਰਥਕ ਆ, ਖਾਸ ਤੌਰ ਤੇ ਆ ਜਿਹੜੇ ਰਾਸ਼ਟਰੀ ਸਿੰਘ ਸੰਗਤ ਵਾਲੇ ਜਾਂ ਇਕਬਾਲ ਸਿੰਘ, ਕਿਹੜੇ RSS ਬੰਦੇ ਨੇ ਪ੍ਰੀ ਪਾਰਟੀਸ਼ਨ ਡੇਜ਼ ਦੇ ਵਿੱਚ ਅੰਗਰੇਜ਼ਾਂ ਦੀ ਮੁਖਾਲਫਤ ਕੀਤੀ ਹੈ? ਬਲਕਿ ਅੰਗਰੇਜ਼ਾਂ ਜਿਹੜਾ ਜਿੰਨੇ ਵੀ ਇਹ RSS ਵਾਲੇ ਆ, ਇਹਨਾਂ ਨੇ ਤਾਂ ਅੰਗਰੇਜ਼ਾਂ ਦੀ ਸਪੋਰਟ ਕੀਤੀ ਆ। ਇਹਨਾਂ ਨੇ ਤਾਂ ਜਿਹੜੀ ਫਰੀडम ਮੂਵਮੈਂਟ ਸੀ ਉਸ ਨੂੰ ਅਪੋਜ਼ ਕੀਤਾ, ਮਾਫੀਆਂ ਮੰਗੀਆਂ, ਲਿਖ ਕੇ ਦਿੱਤੀਆਂ ਗਈਆਂ। ਉਹ ਚੀਜ਼ਾਂ ਸਾਰੀਆਂ ਹੁਣ ਇੱਥੇ ਹੀ ਨਹੀਂ, ਬਲਕਿ ਐਮਰਜੈਂਸੀ ਦੇ ਵਿੱਚ ਇੰਦਰਾ ਗਾਂਧੀ ਤੋਂ ਜਿਹੜਾ ਉਸ ਵੇਲੇ ਦਾ RSS ਚੀਫ ਸੀ, ਉਹਨੇ ਚਿੱਠੀ ਲਿਖ ਕੇ ਮਾਫੀ ਮੰਗੀ ਹੈ ਜੀ। ਪਹਿਲਾਂ ਤਾਂ ਜੇਲ੍ਹਾਂ 'ਚ ਚਲੇ ਗਏ, ਫਿਰ ਉਸ ਤੋਂ ਬਾਅਦ ਚਿੱਠੀ ਲਿਖ ਕੇ ਮਾਫੀ ਦਿੱਤੀ। ਇਹ ਕਿਰਦਾਰ ਹੈ, ਪਾਸਟ ਇਤਿਹਾਸ ਆ। ਔਰ ਹੁਣ ਵੀ ਦੇਖ ਲਓ ਤਿਰੰਗਾ ਜਿਹੜਾ ਤੁਹਾਡਾ ਝੰਡਾ ਹੈ ਇਸ ਮੁਲਕ ਦਾ, ਜਿਸ ਨੂੰ ਤੁਸੀਂ ਨੈਸ਼ਨਲ ਫਲੈਗ ਕਹਿੰਦੇ ਹੋ, ਉਸ ਨੂੰ ਨਹੀਂ ਮੰਨਦੇ ਜੀ। ਉਹ ਭਗਵਾਂ ਜਿਹੜਾ ਉਹਨਾਂ ਦਾ ਹੈਗਾ, ਜੋ ਝੰਡਾ ਹੈਗਾ, ਉਸ ਨੂੰ ਮੰਨਦੇ ਆ ਜੀ। ਤੋ ਇਹ ਮੇਨ ਸਟ੍ਰੀਮ ਦੀ ਜਿਹਦੀ ਮੋਦੀ ਸਾਹਿਬ ਗੱਲ ਕਰਦੇ ਆ, ਪਹਿਲਾਂ ਇਹਨਾਂ ਨੂੰ ਤਾਂ ਮੇਨ ਸਟ੍ਰੀਮ 'ਚ ਲੈ ਕੇ ਆਓ, ਫਿਰ ਦੂਜਿਆਂ ਨੂੰ ਤੁਸੀਂ ਗੱਲ ਕਰੋ। ਪੁਆਇੰਟ ਬਹੁਤ ਵਧੀਆ ਤੁਹਾਡਾ ਕਿ ਜੇ ਦੇਸ਼ ਦਾ ਝੰਡਾ ਹੀ ਨਹੀਂ ਐਕਸੈਪਟ ਕਰ ਰਹੇ ਤਾਂ ਉੱਥੇ ਮੇਨ ਸਟ੍ਰੀਮ ਕਿੱਥੋਂ ਰਹਿ ਗਿਆ, ਕਿਹੜਾ ਰਾਸ਼ਟਰਵਾਦ ਰਹਿ ਗਿਆ? ਮੈਂ ਉਹੀ ਤਾਂ ਗੱਲ ਕਹਿ ਰਿਹਾ ਜੀ। ਉਹ ਤਾਂ ਸ਼ਰੇਆਮ, ਮਤਲਬ ਮੈਂ ਤੁਹਾਨੂੰ ਹੋਰ ਬੜੀ ਹਾਸੋਹੀਣੀ ਗੱਲ ਦੱਸ ਜੀ। ਇੱਕ ਨਾ IAS ਆਫੀਸਰ ਹੁੰਦੇ ਸੀ ਮੈਨੀ ਸਾਹਿਬ ਜੀ। ਉਹ ਵਿਚਾਰੇ ਬਜ਼ੁਰਗ ਸੀ, ਬਹੁਤ ਵੱਡੀ ਉਮਰ, ਹੁਣ ਤਾਂ ਉਹ ਮੇਰਾ ਖਿਆਲ 125 ਸਾਲ ਦੇ ਹੁੰਦੇ ਜੇ ਜਿਉਂਦੇ ਹੁੰਦੇ। ਉਹ ਗੁਜ਼ਰ ਗਏ, ਉਹ ਮੇਰੇ ਵਾਕਫਕਾਰ ਸੀ ਜੀ। ਉਹ ਗਵਰਨਮੈਂਟ ਆਫ ਪੰਜਾਬ ਦੇ ਵਿੱਚ ਸੈਕਟਰੀ ਲੈਵਲ ਦੇ ਸੀ, ਬੜੇ ਕੱਟੜ ਹਿੰਦੂ ਸੀ ਜੀ। ਉਹਨਾਂ ਨੇ ਮੈਨੂੰ ਆਪ ਇਹ ਗੱਲ ਦੱਸੀ ਇੱਕ ਵਾਰੀ। ਮੇਰੀ ਤਾਂ ਉਮਰ ਉਹਨਾਂ ਨਾਲ ਬਹੁਤ ਛੋਟੀ ਸੀ, ਪਰ ਮੇਰੀ ਉਹਨਾਂ ਨਾਲ ਵਾਕਫੀ ਸੀ। ਸਾਡੀ ਵਿਚਾਰਕ ਤੌਰ ਤੇ ਨਹੀਂ ਸੀ ਮਿਲਦੀ ਗੱਲ, ਪਰ ਉਹ ਐਜ਼ ਏ ਗੁੱਡ ਹਿਊਮਨ ਬੀਇੰਗ ਵੀ ਸੀਗੇ ਵਿਚਾਰੇ ਜੀ। ਤਾਂ ਉਹਨਾਂ ਨੇ ਆਪ ਦੱਸੀ ਇੱਕ ਵਾਰੀ, ਜਦੋਂ ਪੰਜਾਬੀ ਸੂਬੇ ਦਾ ਐਜੀਟੇਸ਼ਨ ਚੱਲ ਰਿਹਾ ਸੀ ਜੀ, ਹੈਡਗਵੇਅਰ ਜਿਹੜਾ ਸੀ ਉਹ ਸੰਚਾਲਕ ਸੀ ਵੱਡਾ, ਇਹਨਾਂ ਦਾ RSS ਦਾ ਚੀਫ ਸੀ ਜੀ। ਉਹ ਅੰਬਾਲੇ ਆਇਆ, ਉਸ ਵੇਲੇ ਗੱਡੀਆਂ 50s ਦੀ ਗੱਲ ਹੈ, ਇਸ ਕਿਸਮ ਦੇ ਸਾਧਨ ਨਹੀਂ ਸੀ ਜਿਸ ਕਿਸਮ ਦੇ ਹੁਣ ਸਾਧਨ ਆ। ਉਹ ਕਿਸੇ ਬੰਦੇ ਕੋਲ ਠਹਿਰੇ, ਉੱਥੇ ਮੈਨੀ ਸਾਹਿਬ ਚਲੇ ਗਏ ਤੇ ਉੱਥੇ ਮਾਸਟਰ ਤਾਰਾ ਸਿੰਘ ਵੀ ਚਲੇ ਗਿਆ ਜੀ। ਮਾਸਟਰ ਤਾਰਾ ਸਿੰਘ ਉਹਨਾਂ ਨੂੰ ਕਹਿਣ ਲੱਗਿਆ, ਜੀ ਦੇਖੋ ਸਾਡੇ ਨਾਲ ਵਾਅਦੇ ਕੀਤੇ ਸੀ ਇਹਨਾਂ ਨੇ, ਲੀਡਰਸ਼ਿਪ ਨੇ, ਕਾਂਗਰਸ ਨੇ ਜੀ, ਤੇ ਸਾਡੇ ਜਿਹੜਾ ਵਾਅਦਾ ਕੀਤਾ ਸੀ ਵੀ ਅਸੀਂ ਪੰਜਾਬੀ ਸਪੀਕਿੰਗ ਸਟੇਟ ਬਣਾਵਾਂਗੇ। ਜਦੋਂ 1947 ਤੋਂ ਅੰਗਰੇਜ਼ ਚਲੇ ਗਏ ਤਾਂ ਇਹ ਬਣਾ ਨਹੀਂ ਰਹੇ। ਉਹਨੇ ਮਤਲਬ ਇੱਕ ਕਿਸਮ ਦਾ ਇਤਰਾਜ਼ ਜਿਹਾ ਕਰਨ ਲਈ ਮਾਸਟਰ ਤਾਰਾ ਸਿੰਘ ਨੇ ਉਹਦੇ ਕੋਲ ਜਾ ਕੇ ਗੱਲ ਕੀਤੀ ਵੀ ਇਹ ਹਿੰਦੂਆਂ ਦਾ ਲੀਡਰ ਹੈ, ਇਸ ਨੂੰ ਅਸੀਂ ਇਹਦੀ ਕੌਨਸ਼ੀਅਸ ਨੂੰ, ਇਹਦੀ ਮੋਰੈਲਿਟੀ ਨੂੰ ਅਸੀਂ ਅਪੀਲ ਕਰੀਏ। ਤਾਂ ਜਦੋਂ ਮਾਸਟਰ ਤਾਰਾ ਸਿੰਘ ਬੋਲਣ ਲੱਗੇ ਜੀ, ਜਦੋਂ ਵੀ ਉਹ ਗੱਲ ਕਰਨ ਲੱਗੇ ਤਾਂ ਵਿੱਚੋਂ ਮੈਨੀ ਸਾਹਿਬ ਟੋਕ ਦਿੰਦੇ ਸੀ। ਅੱਛਾ ਜੀ। ਉਹ ਇਹ ਕਹਿੰਦੇ ਸੀ ਵੀ ਦੇਖੋ ਜੀ, ਇਹ ਜਿਹੜਾ ਪੰਜਾਬੀ ਸੂਬਾ ਮੰਗਦੇ ਆ ਸਿੱਖ, ਇਹ ਸਿਰਫ ਖਾਲਿਸਤਾਨ ਬਣਾਉਣਾ ਚਾਹੁੰਦੇ ਆ। ਅੱਛਾ ਜੀ। ਹਿੰਦੁਸਤਾਨ ਨੂੰ ਤੋੜਨਾ ਚਾਹੁੰਦੇ ਆ, ਇੰਡੀਅਨ ਸੋਵਰੇਨਟੀ ਨੂੰ ਬ੍ਰੇਕ ਕਰਨਾ ਚਾਹੁੰਦੇ ਆ ਜੀ। ਤਾਂ ਉਹ ਇੱਕ ਵਾਰੀ ਹੋਇਆ, ਦੋ ਵਾਰੀ ਹੋਇਆ। ਜਦੋਂ ਮਾਸਟਰ ਜੀ ਗੱਲ ਕਰਨ, ਉਹ ਵਿੱਚ ਮੈਨੀ ਸਾਹਿਬ ਬੋਲ ਪੈਣ ਜੀ। ਜਿਸ ਤਰ੍ਹਾਂ ਹਿੰਦੂਆਂ ਦੀ ਆਦਤ ਹੈ, ਰਹਿ ਨਹੀਂ ਨਾ ਸਕਦੇ, ਉਹਨਾਂ 'ਚ ਬਰਦਾਸ਼ਤ ਦਾ ਮਾਦਾ ਨਹੀਂ ਹੈ। ਤਾਂ ਉਹ ਫਿਰ ਉਹ ਖਿੱਚ ਗਿਆ, ਜਿਹੜਾ ਮਤਲਬ RSS ਚੀਫ ਸੀ, ਉਹ ਖਿੱਚ ਗਿਆ। ਉਸ ਨੇ ਚਿੜ ਕੇ ਕਿਹਾ, ਕਹਿੰਦਾ ਮੈਨੀ ਸਾਹਿਬ ਤੁਸੀਂ ਉਹ ਲੀਡਰ ਆ ਜੀ, ਸਿੱਖਾਂ ਦਾ ਲੀਡਰ ਆ, ਮੈਂ ਹਿੰਦੂਆਂ ਨੂੰ ਰਿਪਰੈਜ਼ੈਂਟ ਕਰਦਾ, ਉਹ ਮੇਰੇ ਨਾਲ ਗੱਲ ਕਰਨ ਆਇਆ, ਤੁਸੀਂ ਬਾਰ-ਬਾਰ ਵਿੱਚ ਮੈਨੂੰ ਟੋਕੀ ਜਾਂਦੇ ਹੋ, ਉਹਨੂੰ ਗੱਲ ਕਰਨ ਦਾ ਮੌਕਾ ਤਾਂ ਤੁਸੀਂ ਦਿਓ ਮਾਸਟਰ ਤਾਰਾ ਸਿੰਘ ਨੂੰ। ਤਾਂ ਉਹ ਫਿਰ ਉਸਨੇ ਗਾਹਾਂ ਅੱਗੇ ਅਗਲੀ ਗੱਲ ਕਹਿੰਦਾ ਵੀ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਵੀ ਸਿੱਖ ਆ ਜਿਹੜੇ ਹਿੰਦੂ ਆ, ਜੇ ਉਹ ਹਿੰਦੂ ਆ ਤੇ ਜੇ ਤੂੰ ਇਹ ਗੱਲ ਕਹਿ ਰਿਹਾ ਮੈਨੀ ਸਾਹਿਬ ਵੀ ਉਹ ਇੱਕ ਸੋਵਰਨ ਸਟੇਟ ਇੰਡੀਪੈਂਡੈਂਟ ਬਣਾਉਣਾ ਚਾਹੁੰਦੇ ਆ ਤਾਂ ਬਣਾਣੇ ਦੋ, ਇੱਕ ਔਰ ਹਿੰਦੂ ਰਾਸ਼ਟਰ ਬਣ ਜਾਏਗਾ ਜੀ। ਇਹ ਹੈਡ ਗਵਾਰ ਨੇ ਉਹਨੂੰ ਮੈਨੀ ਨੂੰ ਕਿਹਾ। ਮੈਨੀ ਸਾਹਿਬ ਨੇ ਤੁਹਾਨੂੰ ਦੱਸੀ? ਮੈਨੀ ਸਾਹਿਬ ਨੇ ਮੈਨੂੰ ਦੱਸੀ ਇਹ ਗੱਲ। ਮਤਲਬ ਉਹਨਾਂ ਨੇ ਵਿਚਾਰੇ ਨੇ, ਮਤਲਬ ਉਹਨੇ ਤਾਂ ਵੈਸੇ ਆਪਣਾ ਦੁਖਾਂਤ ਹੀ ਦੱਸਿਆ ਨਾ ਵੀ ਉਸਨੇ ਉਸ ਨੂੰ ਮਤਲਬ ਚੁੱਪ ਕਰਾਇਆ ਜੀ ਵੀ ਖਾਮ-ਖਾ ਤੂੰ ਇੱਕ ਬਿਊਰੋਕਰੇਟ ਆਫੀਸਰ ਹੈ, ਠੀਕ ਹੈ, ਤੇਰੀ ਪੁਆਇੰਟ ਆਫ ਵਿਊ ਹੋ ਸਕਦਾ, ਤੇਰਾ ਆਪਣੀ ਸੋਚਣੀ ਹੋ ਸਕਦੀ ਹੈ, ਤੇਰੀ ਆਪਣੀ ਵਿਚਾਰਧਾਰਾ ਹੋ ਸਕਦੀ ਹੈ, ਵੀ ਤੂੰ ਖਾਮ-ਖਾ ਇਸ ਗੱਲ 'ਚ ਇੰਟਰਫੇਅਰ ਕਰ ਰਿਹਾ। ਇਹ ਇੱਕ ਲੀਡਰ, ਇੱਕ ਕਮਿਊਨਿਟੀ ਦਾ ਲੀਡਰ ਹੈ, ਕੌਮ ਦਾ ਲੀਡਰ ਹੈ, ਮੇਰੇ ਨਾਲ ਗੱਲ ਕਰ ਰਿਹਾ ਜੀ।
ਤੇ ਜੇ ਤੂੰ ਇਹੀ ਗੱਲ ਕਹੀ ਜਾਣਾ, ਉਹ ਬਾਰ-ਬਾਰ ਜਦੋਂ ਪੰਜਾਬੀ ਸੂਬੇ ਦੀ ਗੱਲ ਕਰੇ ਮਾਸਟਰ ਤਾਰਾ ਸਿੰਘ, ਉਹ ਟੋਕ ਦੇਵੇ ਵਿੱਚ ਵੀ ਪੰਜਾਬੀ ਸੂਬੇ ਦਾ ਜੀ ਇਹ ਗੱਲ ਕਹਿਣ ਦੀ ਹੈ, ਇਹ ਤਾਂ ਇੱਕ ਸਿੱਖ ਰਾਸ਼ਟਰ ਬਣਾਉਣਾ ਚਾਹੁੰਦੇ ਆ, ਸਿੱਖ ਸਾਵਰਨ ਸਟੇਟ ਬਣਾਉਣਾ ਚਾਹੁੰਦੇ ਆ, ਇਸ ਮੁਲਕ ਨੂੰ ਤੋੜਨਾ ਚਾਹੁੰਦੇ ਆ। ਉਹ ਫਿਰ ਅਖੀਰ 'ਚ ਉਹਨੇ ਮਤਲਬ ਖਿੱਚ ਕੇ ਗੱਲ ਕਹੀ ਵੀ ਜੇ ਤੂੰ ਇੱਕ ਪਾਸੇ ਤੁਸੀਂ ਕਹਿੰਦੇ ਹੋ ਵੀ ਸਿੱਖ ਤਾਂ ਹਿੰਦੂ ਆ, ਜੇ ਹਿੰਦੂ ਆ ਤਾਂ ਇੱਕ ਹੋਰ ਹਿੰਦੂ ਰਾਸ਼ਟਰ ਬਣਦੇ, ਫਿਰ ਸਪੋਰਟ ਕਰੋ ਇਹਨਾਂ ਦੀ। ਉਸਨੇ ਉਹਨੂੰ ਚੁੱਪ ਕਰਾਉਣ ਲਈ ਇਹ ਗੱਲ ਕਹੀ। ਇਹ ਮੈਨੂੰ ਮੈਨੀ ਸਾਹਿਬ ਨੇ ਆਪ ਦੱਸੀ। ਹੁਣ ਵਿਚਾਰੇ ਉਹ ਤਾਂ ਕਿੰਨੇ ਸਾਲ 30-40 ਸਾਲ ਹੋ ਗਏ, 9 ਸੈਕਟਰ 'ਚ ਉਹਨਾਂ ਦੀ 4 ਕਨਾਲ ਦੀ ਕੋਠੀ ਸੀ ਕੋਨੇ ਦੇ ਉੱਤੇ, ਤੋ ਮਤਲਬ ਵਿਚਾਰੇ ਗੁਜ਼ਰ ਗਏ। ਤੋ ਇਸ ਕਿਸਮ ਦੀ ਹਿੰਦੂਤਵਾਦੀ ਜ਼ਹਿਨੀਅਤ ਆ। ਹੁਣ ਸਵਰਕਰ ਆ, ਦਮੋਦਰ ਦਾਸ ਸਵਰਕਰ ਉਹਦਾ ਨਾਮ ਆ, ਇਹ ਹੁਣ ਉਹਨੂੰ ਵੀਰ ਸਵਰਕਰ ਕਹਿਣ ਲੱਗ ਗਏ। ਉਸ ਬੰਦੇ ਨੇ ਕਿਸੇ ਅੰਗਰੇਜ਼ ਆਫੀਸਰ ਨੂੰ, ਜਿਹਨੇ ਹਿੰਦੂਤਵ ਦਾ ਕਨਸੈਪਟ ਦਿੱਤਾ, ਜਿਸ ਨੂੰ ਲੈ ਕੇ ਬੈਂਡ ਬਾਜਾ ਵਜਾ ਕੇ ਬੜਾ ਪ੍ਰਚਾਰ ਕਰ ਰਹੇ ਆ, ਉਸ ਦਾ ਇਹ ਇਤਿਹਾਸ ਹੈ ਸਵਰਕਰ ਦਾ ਕਿ ਉਸ ਨੇ ਅੰਗਰੇਜ਼ਾਂ ਤੋਂ ਮਾਫੀ ਮੰਗੀ। ਮਾਫੀ ਮੰਗਣ ਤੋਂ ਬਾਅਦ ਕਿਤਾਬ ਲਿਖੀ ਵੀ ਦੁਨੀਆ ਦੇ ਵਿੱਚ ਜੇ ਕੋਈ ਜ਼ਬਾਨ ਹੈ ਅੰਗਰੇਜ਼ੀ ਹੈ, ਜੇ ਕੋਈ ਦੁਨੀਆ ਦੇ ਵਿੱਚ ਗਿਆਨ ਹੈ ਤਾਂ ਅੰਗਰੇਜ਼ਾਂ ਦੇ ਕੋਲ ਆ, ਜੇ ਦੁਨੀਆ ਦੇ ਵਿੱਚ ਕੋਈ ਟੈਕਨੋਲੋਜੀ ਤੇ ਸਾਇੰਸ ਆ ਉਹ ਸਾਰੀ ਅੰਗਰੇਜ਼ਾਂ ਦੇ ਕੋਲ ਆ, ਹੋਰ ਕਿਸੇ ਕੋਲ ਹੈ ਹੀ ਨਹੀਂ। ਤੇ ਮੈਂ ਹੱਥ ਜੋੜ ਕੇ ਮਾਫੀ ਮੰਗਦਾ। ਲੈਫਟੀਨੈਂਟ ਗਵਰਨਰ ਪੰਜਾਬ ਦਾ ਜਿਹੜਾ ਸੀ, ਉਸ ਤੋਂ ਉਹ ਲੈਫਟੀਨੈਂਟ ਗਵਰਨਰ ਤੋਂ ਮਾਫੀ ਮੰਗ ਕੇ ਚਿੱਠੀ ਲਿਖੀ, ਉਹ ਰਿਕਾਰਡਡ ਹੈ। ਅੱਛਾ, ਸਵਰਕਰ ਨੇ ਮਾਫੀ ਮੰਗੀ। ਸਵਰਕਰ ਨੇ ਮਾਫੀ ਮੰਗਣ ਤੋਂ ਬਾਅਦ ਕਿਤਾਬ ਲਿਖੀ, ਜਿਹੜੀ ਕਿਤਾਬ ਦੇ ਵਿੱਚ ਮਤਲਬ ਇਤਨਾ ਗੁਣਗਾਨ ਕੀਤਾ ਗਿਆ ਅੰਗਰੇਜ਼ਾਂ ਦਾ, ਅੰਗਰੇਜ਼ੀ ਦਾ, ਬ੍ਰਿਟਿਸ਼ ਐਮਪਾਇਰ ਦਾ, ਸਭ ਕੁਛ ਉਹ ਇਤਨੀ ਤਾਰੀਫ ਕੀਤੀ ਵੀ ਹੈ ਜਿਸ ਦੀ ਕੋਈ ਇੰਤਹਾ ਨਹੀਂ, ਜਿਹੜਾ ਅੰਗਰੇਜ਼ ਆਪ ਨਹੀਂ ਸੀ ਕਰ ਸਕਦੇ। ਠੀਕ ਹੈ। ਤੋ ਇਹ ਇਤਿਹਾਸ ਹੈ ਸਾਡੇ ਜਿਹੜੇ RSS ਵਾਲੇ ਆ। ਹੁਣ ਮਤਲਬ ਉੱਥੇ ਤੁਹਾਨੂੰ ਪਤਾ ਵੀ ਮੋਹਨ ਭਾਗਵਤ ਜੀ ਵੀ ਗਏ ਆ, ਉੱਥੇ ਬੜੇ ਉਹਨਾਂ ਨੇ ਮਤਲਬ ਉੱਥੇ ਜੋ ਵੀ ਕੀਤਾ, ਇੱਕ ਦੂਜੇ ਦਾ ਗੁਣਗਾਨ ਕੀਤਾ। ਮੋਹਨ ਭਗਵਤ ਨੇ ਤਾਰੀਫ ਕੀਤੀ ਆ ਮੋਦੀ ਸਾਹਿਬ ਦੀ, ਮੋਦੀ ਸਾਹਿਬ ਨੇ ਉਹਦੀ ਤਾਰੀਫ ਕੀਤੀ ਆ। ਤੋ ਇਹਨਾਂ ਗੱਲਾਂ ਦਾ ਦੇਖੋ ਕਮਾਲ ਦੀ ਗੱਲ ਹੈ, ਮੁਸਲਮਾਨਾਂ ਦਾ ਇੱਕੋ ਲੀਡਰ ਆ, ਬਦਕਿਸਮਤੀ ਦੇ ਨਾਲ ਸਿੱਖਾਂ ਦਾ ਕੋਈ ਲੀਡਰ ਨਹੀਂ। ਮਾਫ ਕਰੋ। ਉਹ ਬੇਸੀ ਨੇ ਕੀ ਗੱਲ ਕਹੀ ਹੈ ਕਿ ਅੱਜ ਵੀ ਜਿਹੜੀ ਆ ਬਾਬਰੀ ਮਸਜਿਦ ਜ਼ਿੰਦਾ, ਉਹ ਕਹਿੰਦਾ ਉੱਥੇ ਰਹੇਗੀ, ਹਮੇਸ਼ਾ ਰਹੇਗੀ। ਦੁਨੀਆ ਦੇ ਵਿੱਚ ਤੁਸੀਂ ਕਿਸੇ ਦੀ ਮਾਨਸਿਕਤਾ ਨੂੰ ਢਾ ਨਹੀਂ ਸਕਦੇ। ਫਿਜ਼ੀਕਲੀ ਤੁਸੀਂ ਢਾ ਸਕਦੇ ਹੋ, ਜ਼ਬਾਨ ਤੁਸੀਂ ਕਿਸੇ ਦੀ ਬੰਦ ਕਰ ਸਕਦੇ ਹੋ, ਜ਼ਬਾਨ ਤੁਸੀਂ ਕੱਟ ਵੀ ਸਕਦੇ ਹੋ, ਜ਼ਬਰਦਸਤੀ ਤੁਸੀਂ ਕਰ ਸਕਦੇ ਹੋ। ਪਰ ਉਹ ਕੀ ਕਹਿੰਦੇ ਆ ਕਿ ਬਾਬਰੀ ਮਸਜਿਦ ਸ਼ਹੀਦ ਕਰ ਦਿੱਤੀ ਗਈ। ਸ਼ਹੀਦ ਕਰ ਦਿੱਤੀ, ਸ਼ਹੀਦ ਤਾਂ ਆਦਮੀ ਹੋ, ਹਿਊਮਨ ਬੀਇੰਗ ਹੀ ਹੋ ਸਕਦਾ। ਮਤਲਬ ਇਸ ਕਿਸਮ ਦੀ ਗੱਲ ਦੀ ਉਹਨਾਂ ਨੇ ਦਿੱਤੀ। ਔਰ ਸਾਡੇ ਜਿਹੜੇ 3 ਲੀਡਰ ਆ, ਪੰਜਾਬ ਦਾ ਚੀਫ ਮਿਨਿਸਟਰ ਆ ਅਮਰਿੰਦਰ ਸਿੰਘ, ਕਾਂਗਰਸ ਦਾ ਲੀਡਰ ਆ, ਇਸੇ ਦਿਨ ਸੁਖਬੀਰ ਬਾਦਲ ਆ ਤੇ ਬੀਬੀ ਹਰਸਿਮਰਤ ਕੌਰ ਆ, ਤਿੰਨਾਂ ਨੇ ਵਧਾਈ ਦਿੱਤੀ ਅੱਡੀਆਂ ਚੱਕ ਕੇ, ਤਿੰਨਾਂ ਨੇ ਵਧਾਈ ਦਿੱਤੀ ਅੱਡੀਆਂ ਚੱਕ ਕੇ। ਕੱਲ ਦੀ ਸਾਰੀ ਪ੍ਰਕਿਰਿਆ ਦੇ ਵਿੱਚ ਉਹ ਤਾਂ ਨੰਗੇ ਹੋ ਕੇ ਨੱਚੇ ਆ BJP ਵਾਲੇ ਤੇ RSS ਵਾਲੇ, ਪਰ ਕਾਂਗਰਸ ਵੀ ਨੰਗੀ ਹੋ ਗਈ। ਕਾਂਗਰਸ ਤੇ ਇਹ ਕਹਿ ਰਹੀ ਹੈ, ਕਲੇਮ ਕਰ ਰਹੀ ਆ ਵੀ ਅਸੀਂ ਸਾਰੀ ਚੀਜ਼ ਅਸੀਂ ਕਰਵਾਈ ਆ ਬਾਬਰੀ ਮਸਜਿਦ ਢਹਾਉਣ ਲਈ, ਤੇ ਉੱਥੇ ਪੂਜਾ ਕਰਾਉਣ ਲਈ ਰਾਮਚੰਦਰ ਦੀ ਗਰਾਊਂਡ ਅਸੀਂ ਤਿਆਰ ਕੀਤਾ। ਇੱਕ ਦੂਜੇ ਨਾਲ ਮਤਲਬ ਕ੍ਰੈਡਿਟ ਲੈਣ ਦੀ ਹੋੜ, ਕ੍ਰੈਡਿਟ ਹਿੰਦੂਆਂ ਤੋਂ ਲੈਣ ਦੀ ਗੱਲ ਕਰ ਰਹੇ ਆ, ਅਸੂਲ ਦੀ ਗੱਲ ਨਹੀਂ ਕਰ ਰਹੇ। ਮਤਲਬ ਕੱਲ ਦੀ ਗੱਲ ਦੇ ਵਿੱਚ ਬੜੀ ਦਿਲਚਸਪ ਗੱਲ ਆ। ਸਿੱਖਾਂ ਨੂੰ ਇਸ ਗੱਲ ਦੀ ਖੁਸ਼ੀ ਮਨਾਉਣੀ ਚਾਹੀਦੀ ਹੈ ਕਿ ਜਦੋਂ ਦਰਬਾਰ ਸਾਹਿਬ ਢਾਇਆ ਸੀ ਉਦੋਂ ਵੀ ਇਹ ਸਾਰੇ ਇਕੱਠੇ ਸੀ, ਐਨ ਖੁੱਲ ਕੇ ਇਕੱਠੇ ਸੀ। ਉਸ ਵੇਲੇ ਦਿਓਰਸ ਜਿਹੜਾ ਸੀ RSS ਚੀਫ ਸੀ, ਉਸਨੇ ਕੰਪਲੀਮੈਂਟ ਕੀਤਾ ਸੀ ਇੰਦਰਾ ਗਾਂਧੀ ਨੂੰ ਵੀ ਤੂੰ ਬਹੁਤ ਬੜੀ ਗੱਲ ਕੀਤੀ ਹੈ। LK ਅਡਵਾਨੀ ਦਾ ਤਾਂ ਤੁਹਾਨੂੰ ਪਤਾ ਹੀ ਹੈ, ਉਸਨੇ ਆਪਣੀ ਕਿਤਾਬ ਦੇ ਵਿੱਚ ਬਹੁਤ ਜ਼ਿਆਦਾ ਇਹ ਕਿਹਾ ਵੀ ਮੈਂ ਪਰਸੂਏਡ ਕੀਤਾ ਇੰਦਰਾ ਗਾਂਧੀ ਨੂੰ ਵੀ ਦਰਬਾਰ ਸਾਹਿਬ ਤੇ ਅਟੈਕ ਕਰ। ਤੋ ਮੇਰਾ ਮਤਲਬ ਕਹਿਣ ਦਾ ਇਹ ਆ ਵੀ ਇਸ ਹਮਾਮ ਦੇ ਵਿੱਚ ਦੋਨੇ ਨੰਗੇ ਹੋ ਕੇ ਨੱਚੇ ਆ ਕੱਲ। ਕਿਸੇ ਨੇ ਕੋਈ ਅਸੂਲ ਦੀ ਗੱਲ ਨਹੀਂ ਕੀਤੀ। ਬੜੀ ਕਮਾਲ ਦੀ ਯਾਨੀ ਉਹ ਸਾਰੀ ਪ੍ਰਕਿਰਿਆ ਹੈ। ਸੁਪਰੀਮ ਕੋਰਟ ਦੇ ਵਰਡਿਕਟ ਦੀ ਤਾਰੀਫ ਕੀਤੀ ਗਈ ਬਾਰ-ਬਾਰ। ਉਹ ਕੱਲ ਦੀਆਂ ਸਪੀਚਸ ਪ੍ਰਾਈਮ ਮਿਨਿਸਟਰ ਨੇ ਵੀ ਉਸ ਦਾ ਰੈਫਰੈਂਸ ਦਿੱਤਾ। ਤੋ ਮਤਲਬ ਕਹਿਣ ਦਾ ਹੈ ਸਿੱਖਾਂ ਨੂੰ ਕਿਸੇ ਚੀਜ਼ ਤੋਂ ਕਿਸੇ ਚੀਜ਼ ਦਾ ਫਿਕਰ ਕਰਨ ਦੀ ਲੋੜ ਨਹੀਂ। ਜੇ ਜੋ 2 4 10 50 ਮਸੰਦ ਹੈਗੇ ਆ ਉਹ ਤਾਂ ਰਹਿਣਗੇ, ਸਹੀ ਗੱਲ, ਉਹ ਤਾਂ ਰਹਿਣਗੇ। ਬਾਵਜੂਦ ਇਸ ਗੱਲ ਦੇ ਕਿ ਮਹਾਰਾਜ ਨੇ ਸਿੱਖਾਂ ਨੂੰ, ਸਿੱਖ ਜਗਤ ਨੂੰ ਸਾਹਮਣੇ ਦਿਖਾ ਗਿਆ ਵੀ ਆ ਮੈਂ ਇਹਨਾਂ ਨੂੰ ਸਾੜ ਰਿਹਾ।
ਉਹ ਸੜ ਗਏ, ਉਹਨਾਂ ਦੇ ਅੱਗੇ ਜਾਂ ਨਿਸ਼ਚਿੰਤਾ ਹੋਣੀ ਆ, ਜਿਸ ਤਰ੍ਹਾਂ ਇਕਬਾਲ ਸਿੰਘ ਆ ਜਾਂ ਗੁਰਬਚਨ ਸਿੰਘ ਗਿੱਲ, ਪਤਾ ਨਹੀਂ ਕੌਣ ਆ ਉਹ, ਜਿਹੜਾ ਰਾਸ਼ਟਰੀ ਸਿੱਖ ਸੰਗਤ ਦਾ ਜਿਹੜਾ ਚੀਫ ਆ। ਇਸੇ ਤਰੀਕੇ ਨਾਲ ਮੁਸਲਮਾਨਾਂ ਦੀ ਵੀ ਬਣਾਈ ਵੀ ਆ ਇਹਨਾਂ ਨੇ। ਤਾਂ ਮੈਨੂੰ ਤਾਂ ਇਸ ਗੱਲ ਦੀ ਖੁਸ਼ੀ ਆ ਵੀ ਸਾਰੇ ਸਿੱਖ ਜਗਤ ਦੇ ਵਿੱਚ ਕਿਤਨੀ ਚਿੰਤਾ ਐਕਸਪ੍ਰੈਸ ਕੀਤੀ ਕਿ ਕੱਲ ਮੈਨੂੰ ਬਹੁਤ ਸਾਰੇ ਫੋਨ ਆਏ ਆ ਕਿ ਤੁਸੀਂ ਪਤਾ ਕਰਕੇ ਦੱਸੋ ਵੀ ਜਥੇਦਾਰ ਸਾਹਿਬ ਤਾਂ ਨਹੀਂ, ਮੈਂ ਤੁਹਾਨੂੰ ਵੀ ਫੋਨ ਕੀਤਾ ਸੀ ਪਤਾ ਕਰਕੇ ਤੁਸੀਂ ਦੱਸੋ। ਮਤਲਬ ਇਹ ਗੱਲ ਬੜੀ ਖੁਸ਼ੀ ਦੀ ਆ, ਇਹ ਗੱਲ ਮੈਨੂੰ ਤਸੱਲੀ ਦਿੰਦੀ ਆ, ਮੈਨੂੰ ਫਿਕਰ ਨਹੀਂ ਦਿੰਦੀ, ਮੈਨੂੰ ਤਸੱਲੀ ਦਿੰਦੀ ਆ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਸਿੱਖ ਹੈ ਉਹ ਆਪਣੀ ਜਿਹੜੀ ਆਇਡੈਂਟੀਟੀ ਆ ਉਸ ਨੂੰ ਬਰਕਰਾਰ ਰੱਖਣ ਦੇ ਲਈ, ਉਸ ਨੂੰ ਮਤਲਬ ਹਮੇਸ਼ਾ ਲਈ ਆਪਣੀ ਛਾਤੀ, ਆਪਣੀ ਮਾਨਸਿਕਤਾ, ਆਪਣੀ ਸੋਚ ਵਿਚਾਰਧਾਰਾ ਵਿੱਚ ਪ੍ਰੀਜ਼ਰਵ ਕਰਨ ਦੇ ਲਈ ਫਿਕਰਮੰਦ ਹੈ। ਫਿਕਰਮੰਦ ਹੋਣਾ ਵੀ ਚਾਹੀਦਾ, ਕਿਉਂਕਿ ਇਸ ਕਿਸਮ ਦੀ ਘਾਤਕ ਵਿਚਾਰਧਾਰਾ ਦੇ ਉੱਤੇ ਇਸ ਮੁਲਕ ਦੇ ਵਿੱਚ ਜਿਹੜੀ ਹਿੰਦੂਤਵ ਵਿਚਾਰਧਾਰਾ ਹੈ ਉਸ ਤੇ ਰਾਜ ਕੀਤਾ ਜਾ ਰਿਹਾ। ਦੇਖੋ ਹੋਇਆ ਕਿ ਵਿਧਾਂਤੀ ਸਾਹਿਬ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ, ਇਹ ਇਕਬਾਲ ਸਿੰਘ ਉਸ ਵੇਲੇ ਪਟਨਾ ਸਾਹਿਬ ਦਾ ਜਿਹੜਾ ਤਖਤ ਆ ਉਸ ਦਾ ਜਥੇਦਾਰ ਸੀ, ਇਹ ਵਿੱਚ ਸੀ ਔਰ ਦੂਸਰੇ ਸਾਰੇ ਜਥੇਦਾਰ ਸਾਹਿਬਾਨ ਵਿੱਚ ਸੀ। ਉਹਨਾਂ ਨੇ ਬੜਾ ਸਪਸ਼ਟ ਤੌਰ ਦੇ ਉੱਤੇ ਇੱਕ ਹੁਕਮਨਾਮਾ ਜਾਰੀ ਕੀਤਾ ਸੀ। ਉਹ ਹੁਕਮਨਾਮਾ ਇਹ ਸੀ ਕਿ ਅਸੀਂ RSS ਦੇ ਨਾਲ ਸਾਡਾ ਕਿਸੇ ਕਿਸਮ ਦਾ ਕੋਈ ਰਿਸ਼ਤਾ ਨਹੀਂ, ਨੋ ਰਿਲੇਸ਼ਨਸ਼ਿਪ, ਨਾ ਸਾਡਾ ਉਹਨਾਂ ਨਾਲ ਸਪਿਰਚੁਅਲ, ਨਾ ਸਾਡਾ ਉਹਨਾਂ ਨਾਲ ਰਿਲੀਜੀਅਸ, ਨਾ ਉਹਨਾਂ ਦਾ ਸਮਾਜਿਕ ਤੌਰ ਤੇ ਕੋਈ ਸਾਡਾ ਉਹਦੇ ਨਾਲ ਰਿਸ਼ਤਾ ਨਹੀਂ ਹੈ। ਤੇ ਕੋਈ ਕਿਸੇ ਕਿਸਮ ਦੀ ਜਿਹੜਾ ਅਟੈਂਪਟ ਕਰਦਾ ਹੈ ਉਹ ਸਿੱਖ ਨਹੀਂ ਹੈ। ਤੋ ਆਪਾਂ ਤਾਂ ਉਹ ਤਾਂ ਚਲੋ ਜਥੇਦਾਰਾਂ ਦਾ ਹੁਕਮਨਾਮਾ, ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਨੇ ਤੁਹਾਡੇ ਸਾਹਮਣੇ ਰੱਖਤਾ। ਮੈਂ ਆਪ ਕੁਝ ਨਹੀਂ ਕਹਿ ਰਿਹਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਡਾ ਸਾਖਸ਼ਾਤ ਗੁਰੂ, ਜਿਉਂਦਾ ਜਾਗਦਾ ਗੁਰੂ, ਲਿਵਿੰਗ ਕਾਰਪੋਰੇਟ ਗੁਰੂ ਇਹ ਗੱਲ ਕਹਿ ਰਿਹਾ ਵੀ ਨਾ ਮੈਂ ਹਿੰਦੂ ਆ ਨਾ ਮੈਂ ਮੁਸਲਮਾਨ, ਦੋਨਾਂ ਨਾਲੋਂ ਮੇਰਾ ਵਿਛੋੜਾ ਹੋ ਚੁੱਕਿਆ। ਤੋ ਜਿਹੜਾ ਬੰਦਾ ਇਹਨਾਂ ਚੀਜ਼ਾਂ ਨੂੰ ਵਾਇਲੇਟ ਕਰ ਰਿਹਾ ਹੈ ਉਹ ਤਾਂ ਸਿੱਖ ਹੈ ਹੀ ਨਹੀਂ। ਤੇ ਸਿੱਖਾਂ ਨੂੰ ਕਾਹਦੀ ਚਿੰਤਾ ਇਸ ਗੱਲ ਦੀ? ਜੇ ਕੋਈ ਮਸੰਦ ਉਹੀ ਸਿੱਖਾਂ ਵਾਲਾ ਪਹਿਰਾਵਾ ਪਾ ਕੇ ਖੜਾ ਹੋ ਕੇ ਕੋਈ ਕਰਤੂਤ ਕਰ ਰਿਹਾ ਤਾਂ ਉਸ ਦੀ ਕੋਈ ਚਿੰਤਾ ਨਾ ਕਰੋ, ਉਧਰ ਮੋਹ ਹੀ ਨਾ ਕਰੋ, ਉਧਰ ਨੂੰ ਉਹਨੂੰ ਸਗੋਂ ਇੰਪੋਰਟੈਂਸ ਦਿਓ ਹੀ ਨਾ। ਤੋ ਹੁਣ ਇਸ ਕਿਸਮ ਦੀਆਂ ਗੱਲਾਂ ਉੱਥੇ ਜੋ ਕੀਤੀਆਂ ਜੀ, ਇੱਕ ਭਾਂਡੇ ਦੇ ਵਿੱਚ ਤੁਸੀਂ ਸਰੋਵਰ ਫਲਾਣੇ ਤੋਂ ਪਾਣੀ ਲੈ ਲਿਆ, ਉਹਦੀ ਕੀ ਮਹੱਤਤਾ? ਬਲਕਿ ਉਸ ਪਵਿੱਤਰ ਪਾਣੀ ਨੂੰ ਜਿਹੜੇ ਤੁਹਾਡੇ ਝੂਠੇ, ਜਿਹੜੇ ਤੁਹਾਡੇ ਸਵਾਰਥੀ ਹੱਥ ਹੈ ਉਹ ਲੱਗ ਕੇ ਉਹ ਭ੍ਰਿਸ਼ਟ ਹੋ ਰਿਹਾ ਹੈ ਕਿਉਂਕਿ ਤੁਸੀਂ ਆਪਣੇ ਸਵਾਰਥ ਦੇ ਵਿੱਚ ਬੱਝੇ ਵੇ ਛੋਟੀਆਂ ਮੋਟੀਆਂ ਫੇਵਰਸ ਲੈਣ ਲਈ RSS ਤੋਂ ਜਾਂ BJP ਦੀ ਸਰਕਾਰ ਤੋਂ ਇਸ ਕਿਸਮ ਦੀਆਂ ਕੁਰੀਤੀਆਂ ਕਰ ਰਹੇ ਹੋ, ਤਾਂ ਉਹਦੇ ਨਾਲ ਤਾਂ ਉਹ ਜਿਹੜਾ ਪਾਣੀ ਦੀ ਪਵਿੱਤਰਤਾ ਉਹ ਵੀ ਭੰਗ ਹੋ ਰਹੀ ਹੈ। ਕਿਉਂਕਿ ਸਰੋਵਰਾਂ ਦੀ ਜਿਹੜੀ ਪਾਣੀ ਦੀ ਪਵਿੱਤਰਤਾ ਉਹ ਸਵਾਰਥ ਨਾਲ ਨਹੀਂ ਹੈ, ਉਹ ਮਾਨਵਤਾ ਨਾਲ ਬੱਝੀ ਵੀ, ਜਿਹਦੇ ਵਿੱਚ ਹਰ ਆਦਮੀ ਉੱਚੀ ਜਾਤ ਦਾ ਹੋਵੇ, ਨੀਚੀ ਜਾਤ ਦਾ ਹੋਵੇ, ਕਿਸੇ ਕਿਸਮ ਦਾ ਵੀ ਹੋਵੇ, ਉਹ ਜਾ ਕੇ ਉੱਥੇ ਇਸ਼ਨਾਨ ਕਰਕੇ ਆਪਣੇ ਆਪ ਨੂੰ ਪਵਿੱਤਰ ਬਣਾ ਸਕਦਾ, ਸਮਝ ਸਕਦਾ। ਤਾਂ ਉਸ ਗੱਲ ਲਈ ਸਿੱਖਾਂ ਨੂੰ ਕਾਹਦੀ ਚਿੰਤਾ? ਮੈਨੂੰ ਤਾਂ ਕੋਈ ਚਿੰਤਾ ਨਹੀਂ, ਮੈਨੂੰ ਤਾਂ ਬਲਕਿ ਤਸੱਲੀ ਆ ਕਿ ਉਹ ਐਕਸਪੋਜ਼ ਹੋ ਰਹੇ ਆ ਔਰ ਸਿੱਖ ਜਿਹੜੇ ਆ ਉਹ ਸਿੱਖੀ ਸਿਧਾਂਤ ਦੇ ਨਾਲ ਸਮਰਪਿਤ ਹੋ ਕੇ ਜੁੜੇ ਹੋਏ ਆ ਔਰ ਉਸ ਗੱਲ ਦਾ ਫਿਕਰ ਵੀ ਕਰ ਰਹੇ। ਢਿੱਲੋਂ ਸਾਹਿਬ, RSS ਜਿਹੜੀ ਵਾਰ-ਵਾਰ ਅਟੈਕ ਕਰਦੀ ਹੈ ਸਿੱਖਾਂ ਦੇ ਉੱਪਰ, ਮਤਲਬ ਸਿੱਖ ਹਿੰਦੂ ਨੇ, ਕਿੰਨੇ ਸਿੱਖਾਂ ਨੇ ਕਲੈਰੀਫਿਕੇਸ਼ਨ ਦਿੱਤੇ, ਭਾਈ ਕਾਨ ਸਿੰਘ ਨਾਭਾ ਜੀ ਨੇ ਬੁੱਕ ਵੀ ਲਿਖੀ ਹਮ ਹਿੰਦੂ ਨਹੀਂ, ਤਾਂ ਇਹਦੇ ਬਾਵਜੂਦ ਵੀ ਉਹ ਮਤਲਬ ਉਹਨਾਂ ਦੇ ਗੱਲ ਸਮਝ ਚ ਨਹੀਂ ਆ ਰਹੀ, ਫਿਰ ਵੀ ਗਾਹੇ ਬਗਾਹੇ ਕਹਿ ਹੀ ਜਾਂਦੇ ਆ ਸਿੱਧੇ ਜਾਂ ਸਿੱਧੇ ਤਰੀਕੇ ਨਾਲ। ਐ ਨਾ ਦੇਖੋ, ਗੱਲ ਮਾਫ ਕਰਨਾ ਜੀ, ਭਾਈ ਕਾਨ ਸਿੰਘ ਦੀ ਕਿਤਾਬ ਡਿਫੈਂਸਿਵ ਆ ਜੀ, ਗੁਰੂ ਆਫੈਂਸਿਵ ਆ ਜੀ, ਲੜਾਈ ਜਿਹੜੀ ਹੁੰਦੀ ਹੈ ਆਫੈਂਸਿਵ ਹੁੰਦੀ ਜੀ, ਮਤਲਬ ਭਾਈ ਕਾਨ ਸਿੰਘ ਦਾ ਉਹ ਲੈਵਲ ਨਹੀਂ ਜੋ ਗੁਰੂ ਦਾ ਲੈਵਲ। ਬਿਲਕੁਲ ਮਾਫ ਕਰਨਾ ਤੇ ਸਹੀ ਗੱਲ, ਬਹੁਤ ਸਤਿਕਾਰ ਸਿੱਖ ਸੀ, ਉਹ ਸਾਡੇ ਗੁਰੂ ਨੇ, ਉਹ ਸਾਡੇ ਗੁਰੂ ਆ ਜੀ। ਉਹ ਮਤਲਬ ਜੋ ਗੁਰੂਆਂ ਨੇ ਗੱਲ ਕਹੀ ਹੈ, ਜਿਸ ਢੰਗ ਨਾਲ ਕਹੀ ਹੈ, ਜਿਸ ਮਤਲਬ ਸਪਸ਼ਟਤਾ ਨਾਲ ਕਹੀ ਹੈ, ਕਲੈਰਿਟੀ ਕਿੰਨੀ ਆ, ਔਰ ਹਰ ਗੱਲ ਨੂੰ 4-5 ਲਾਈਨਾਂ ਦੇ ਵਿੱਚ ਕਲੀਅਰ ਕਰ ਦਿੱਤਾ ਜੀ ਕਿ ਭਾਈ ਆਹ ਗੱਲ ਆ, ਅਸੀਂ ਕੋਈ ਕਿਸੇ ਕਿਸਮ ਦੀ ਇਸ ਕਿਸਮ ਦੀ ਆਈਡਲ ਵਰਸ਼ਿਪ ਨਹੀਂ ਕਰਨੀ, ਪੂਜਾ ਨਹੀਂ ਕਰਨੀ, ਰਿਚੁਅਲਿਜ਼ਮ ਹੀ ਆ, ਹਿੰਦੂਇਜ਼ਮ ਤਾਂ ਹੋਰ ਕੁਝ ਹੈ ਹੀ ਨਹੀਂ। ਇੰਨੇ ਹਰ ਗੱਲ 5 ਤੁਕਾਂ 5 ਲਾਈਨਾਂ ਦੇ ਵਿੱਚ ਮਹਾਰਾਜ ਨੇ ਇੰਨੀ ਸਪਸ਼ਟਤਾ ਦਿਖਾਈ ਹੈ, ਮੈਂ ਤਾਂ ਹੈਰਾਨ ਹੋਣਾ। ਨਾਲੇ ਇੱਕ ਗੱਲ ਹੋਰ, ਜਿਵੇਂ ਇੱਕ ਓੰਕਾਰ ਆਉਂਦਾ ਹੈ ਸਟਾਰਟਿੰਗ ਦੇ ਵਿੱਚ, ਹੁਣ ਜਦੋਂ ਜਿੱਥੇ 33 ਕਰੋੜ ਦੇਵੀ ਦੇਵਤੇ, ਹੁਣ ਉੱਥੇ ਗੁਰੂ ਸਾਹਿਬ ਇੱਕ ਓੰਕਾਰ ਕਹਿ ਦੇਣ, ਸਾਰਾ ਢਾਂਚਾ ਹੀ ਖਤਮ, ਸਾਰਾ ਢਾਂਚਾ ਹੀ ਖਤਮ। ਤੋ ਇਸ ਕਰਕੇ ਮੈਂ ਕਈ ਵਾਰੀ ਗੱਲ ਇਹ ਕਹੀ ਆ, ਤੁਹਾਨੂੰ ਵੀ ਪਤਾ, ਤੁਸੀਂ ਮੇਰਾ ਰਿਕਾਰਡ ਕੀਤੀ, ਆਪਾਂ ਪਿੰਡ 'ਚ ਗਏ ਸੀ ਜਿੱਥੇ ਕਿ ਸੈਮੀਨਾਰ,
ਮੈਂ ਕਿਹਾ ਜਥੇਦਾਰ ਸਾਹਿਬ ਤੁਸੀਂ ਕਿਉਂ ਔਖੇ ਹੁੰਦੇ ਹੋ ਜੀ, ਕਿਉਂ ਤੁਸੀਂ ਪਰੇਸ਼ਾਨ ਹੁੰਦੇ ਹੋ? ਤੁਸੀਂ ਜੇ ਮੋਹਨ ਭਗਵਤ ਕੋਈ ਗੱਲ ਕਹਿੰਦਾ ਉਹਨੂੰ ਕਹਿ ਦਿਓ ਭਾਈ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੁਕਾ, ਇਹਨੂੰ ਪੜ੍ਹ ਲੈ ਜੀ। ਉਸ ਤੋਂ ਪਹਿਲਾਂ ਛੋਟੀ ਜੀ ਤੁਕਾ, ਪੋਥੀ ਪਰਮੇਸ਼ਰ ਕਾ ਥਾਨ, ਸਾਡੇ ਲਈ ਇਹ ਰੱਬ ਆ, ਜਿਹੜਾ ਰੱਬ ਦੇ ਵਿੱਚ ਇਹ ਚੀਜ਼ ਲਿਖ ਦਿੱਤੀ ਹੈ ਮਹਾਰਾਜ ਨੇ, ਗੁਰੂ ਨੇ, ਕਿ ਭਾਈ ਅਸੀਂ ਨਹੀਂ ਹਿੰਦੂ ਵੀ ਨਹੀਂ ਆ, ਅਸੀਂ ਮੁਸਲਮਾਨ ਵੀ ਨਹੀਂ ਹੈ ਜੀ, ਤੇ ਅਸੀਂ ਤਾਂ ਇਸ ਨੂੰ ਵਾਇਲੇਟ ਕਰ ਹੀ ਨਹੀਂ ਸਕਦੇ ਜੀ। ਜਥੇਦਾਰ ਦੀ ਕੀ ਔਕਾਤ ਹੈ? ਮੈਂ ਕਹਿੰਦਾ ਜਥੇਦਾਰ ਦੀ ਕੋਈ ਔਕਾਤ ਹੀ ਨਹੀਂ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਟੇਟਸ ਤੇ ਪੋਜੀਸ਼ਨ ਤੇ ਜੋ ਜਿੰਨੀ ਕੰਪੈਰੀਜ਼ਨ ਹੀ ਨਹੀਂ ਕਰ ਸਕਦੇ, ਕੰਪੈਰੀਜ਼ਨ ਹੀ ਨਹੀਂ ਕਰ ਸਕਦੇ। ਜਥੇਦਾਰ ਤਾਂ ਬਾਅਦ ਚ ਆਉਂਦਾ ਨਾ, ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਸਤਿਕਾਰਿਤ ਸਪੋਕਸਮੈਨ ਹੀ ਹੈ ਨਾ, ਉਹ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦਾ। ਲੇਕਿਨ ਗੁਰੂ ਗ੍ਰੰਥ ਸਾਹਿਬ ਜਿਹੜਾ ਪਰਮੇਸ਼ਰ ਹੈ ਉਸ ਦੇ ਵਿੱਚ ਸਪਸ਼ਟ ਲਫ਼ਜ਼ਾਂ ਦੇ ਵਿੱਚ ਮਹਾਰਾਜ ਨੇ ਸਾਰੀ ਚੀਜ਼ ਜੋ ਮੈਂ ਤੁਹਾਨੂੰ ਪੜ੍ਹ ਕੇ ਸੁਣਾਈ ਹੈ, ਪੰਜਾਬੀ ਚ, ਗੁਰਮੁਖੀ ਚ ਵੀ ਤੇ ਇੰਗਲਿਸ਼ ਦੇ ਵਿੱਚ ਵੀ ਸੁਣਾਈ ਹੈ, ਤਾਂ ਉਸ ਦੇ ਵਿੱਚ ਜਦੋਂ ਗੁਰੂ ਨੇ ਕਹਿਤਾ ਤੂੰ ਕਾਹਨੂੰ ਔਖਾ ਹੋਣਾ, ਮੋਹਨ ਭਗਵਤ ਨੂੰ ਬੁਲਾ ਕੇ ਕਹਿ ਲੈ ਭਾਈਆ ਆ ਪੜ੍ਹ ਲਾ ਜੀ, ਆ ਪੜ੍ਹ ਲਾ, ਆ ਪੜ੍ਹ ਕੇ ਮੈਨੂੰ ਦੱਸ ਵੀ ਮੈਂ ਹਿੰਦੂ ਆ ਜਾਂ ਸਿੱਖ ਹਾਂ, ਦੱਸ ਕੀ ਆ ਮੈਂ। ਉਹ ਪੜ੍ਹਿਆ ਲਿਖਿਆ ਆਦਮੀ ਪੜ੍ਹ ਲੂਗਾ ਜੀ, ਉਹਨੂੰ ਇਹ ਵੀ ਦੱਸ ਦੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਲਈ ਕੀ, ਉਹਦਾ ਸਟੇਟਸ ਤੇ ਉਹਦੀ ਪੋਜੀਸ਼ਨ ਕੀ ਹੈ ਸਾਡੇ ਲਈ ਜੀ। ਤੈਨੂੰ ਔਖੇ ਹੋਣ ਦੀ ਕੀ ਲੋੜ ਹੈ? ਸਿੱਖਾਂ ਨੂੰ ਵੀ ਐਵੇਂ ਔਖੇ ਹੋਣ ਦੀ ਲੋੜ ਹੈ? ਕਿਹੜੀ ਪਰੇਸ਼ਾਨੀ ਹੈ? ਮੈਂ ਕਹਿੰਦਾ ਸਿੱਖਾਂ ਨੂੰ ਕੋਈ ਪਰੇਸ਼ਾਨੀ ਨਹੀਂ। ਜਿੰਨੀ ਦੇਰ ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਖਸ਼ਾਤ ਹੈ ਜੀ, ਸਿੱਖਾਂ ਦੇ ਮਨਾਂ ਦੇ ਵਿੱਚ ਹੈ, ਸਿੱਖਾਂ ਦੀ ਜ਼ਹਿਨੀਅਤ ਦੇ ਵਿੱਚ ਹੈ, ਸਿੱਖਾਂ ਦੀ ਵਿਚਾਰਧਾਰਾ ਦੇ ਵਿੱਚ, ਸਿੱਖਾਂ ਦੀ ਸੋਚ ਦੇ ਵਿੱਚ ਕਿਸੇ ਚੀਜ਼ ਦੀ ਲੋੜ ਹੀ ਨਹੀਂ, ਕਿਸੇ ਚੀਜ਼ ਦੀ ਫਿਕਰ ਦੀ ਲੋੜ ਨਹੀਂ। ਔਰ ਮਹਾਰਾਜ ਨੇ ਤੁਹਾਨੂੰ ਪਤਾ ਵੀ ਕਿਸ ਤਰੀਕੇ ਦੇ ਨਾਲ ਇਸ ਦੀ ਸਵੱਛਤਾ, ਇਸ ਦੀ ਇੰਟੈਗ੍ਰਿਟੀ, ਇਸ ਦੀ ਯੂਨਿਟੀ ਦੇ ਲਈ ਕਿੰਨੀਆਂ ਸ਼ਹਾਦਤਾਂ ਆਪਣੇ ਪਰਿਵਾਰਾਂ ਦੀਆਂ ਦਿੱਤੀਆਂ। ਗੁਰੂ ਹਰਰਾਏ ਸਾਹਿਬ ਨੇ ਆਪਣੇ ਬੱਚੇ ਨੂੰ, ਆਪਣੇ ਜਿਹੜਾ ਜਿਹਨੂੰ ਜਾਨਸ਼ੀਨ ਬਣਾਉਣਾ ਚਾਹੁੰਦੇ ਸੀ ਰਾਮ ਰਾਏ ਨੂੰ, ਉਸ ਨੂੰ ਪੰਥ ਵਿੱਚੋਂ ਛੇਕ ਦਿੱਤਾ, ਉਸ ਨੂੰ ਨਹੀਂ, ਉਸ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ। ਧੀਰਮਲ ਨੂੰ 6ਵੇਂ ਪਾਤਸ਼ਾਹ ਨੇ ਛੇਕਿਆ। ਧੀਰਮਲ ਉਹਨਾਂ ਦਾ ਪੋਤਾ ਸੀ, ਉਹ ਬੀੜ ਨਹੀਂ ਸੀ ਦਿੰਦਾ, ਉਹ ਕਹਿੰਦਾ ਸੀ ਬੀੜ ਮੇਰੀ ਆ। ਮਹਾਰਾਜ ਨੇ ਕਿਹਾ ਬੀੜ ਇਹ ਸਾਰੀ ਮਾਨਵਤਾ ਦੀ ਵਿਰਾਸਤ ਹੈ, ਤੇਰੀ ਇਕੱਲੇ ਦੀ ਨਹੀਂ, ਕਿਸੇ ਪਰਿਵਾਰ ਦੀ ਨਹੀਂ ਹੈ। ਤੋ ਸੰਕੇਤ ਬਹੁਤ ਕਮਾਲ ਦੇ ਆ ਇਤਿਹਾਸ ਦੇ ਵਿੱਚ। ਉਹ ਜਿਹੜਾ ਇਤਿਹਾਸ ਆ ਜਿਉਂਦਾ ਜਾਗਦਾ ਇਤਿਹਾਸ ਆ, ਐਵੀਡੈਂਸ ਹੈ, ਮਾਈਥੋਲੋਜੀ ਨਹੀਂ ਹੈ ਜਿਸ ਤਰ੍ਹਾਂ ਹਿੰਦੂਆਂ ਦੀ ਹੈ। ਤੋ ਇਸ ਕਰਕੇ ਸਿੱਖਾਂ ਨੂੰ ਤਾਂ ਮੈਂ ਤਾਂ ਸਮਝਦਾ ਮੈਨੂੰ ਤਾਂ ਕੋਈ ਕਦੇ ਚਿੰਤਾ ਹੀ ਨਹੀਂ ਹੋਈ। ਮੈਂ ਤਾਂ ਕਹਿੰਦਾ ਜਿੰਨੀ ਦੇਰ ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਡੀ ਮਾਨਸਿਕਤਾ ਦੇ ਵਿੱਚ ਹੈ, ਸਾਨੂੰ ਕਿਸੇ ਕਿਸਮ ਦੀ ਕੋਈ ਚਿੰਤਾ, ਕੋਈ ਫਿਕਰ, ਕੋਈ ਕਿਸੇ ਕਿਸਮ ਦਾ ਡਰ ਹੈ ਹੀ ਨਹੀਂ। ਢਿੱਲੋਂ ਸਾਹਿਬ ਇੱਕ ਆਖਰੀ ਸਵਾਲ ਹੈ, ਬੜਾ ਇੰਪੋਰਟੈਂਟ ਆ। ਪੰਜਾਬ ਦੇ ਵਿੱਚ ਤਕਰੀਬਨ ਹਿੰਦੁਸਤਾਨ ਦੇ ਵਿੱਚ ਜਿਹੜੀ ਸਿੱਖ ਮਾਈਨੋਰਿਟੀ ਆ, ਇਹਦੇ ਤੇ ਇੱਕ ਅਕਸਰ ਇਲਜ਼ਾਮ ਲੱਗਦਾ, ਜਿਵੇਂ ਤੁਸੀਂ ਗੱਲ ਵੀ ਕੀਤੀ ਹੈਡਗਵਾਰ ਦੀ, ਉਹਨਾਂ ਨੇ ਕਿਹਾ ਵੀ ਉਹਨਾਂ ਦੇ ਨਾਲ ਜਿਹੜੇ ਸੀ IAS ਆਫੀਸਰ ਮੈਨੀ ਸਾਹਿਬ ਵੀ, ਉਹ ਸਿੱਖ ਜਿਹੜਾ ਆ ਸਟੇਟ ਨੂੰ ਤੋੜਨਾ ਚਾਹੁੰਦੇ ਆ, ਰਾਸ਼ਟਰ ਨੂੰ ਤੋੜਨਾ ਚਾਹੁੰਦੇ ਆ। ਹੁਣ ਵੀ ਜਿਵੇਂ UAPA ਦੇ ਅਧੀਨ ਕੇਸ ਦਰਜ ਹੋ ਰਹੇ ਆ ਵੀ ਸਿੱਖ ਜਿਹੜੇ ਆ ਦੇਸ਼ ਵਿਰੋਧੀ ਨੇ, ਇਹ ਦੇਸ਼ ਨੂੰ ਤੋੜਨਾ ਚਾਹੁੰਦੇ ਆ। ਲੇਕਿਨ RSS ਦੀ ਤੁਸੀਂ ਗੱਲ ਕੀਤੀ ਕਿ ਉਹ ਰਾਸ਼ਟਰੀ ਝੰਡੇ ਨੂੰ ਵੀ ਨਹੀਂ ਮੰਨਦੇ, ਨੈਸ਼ਨਲ ਫਲੈਗ ਨੂੰ ਨਹੀਂ ਮੰਨਦੇ, ਈਵਨ ਕਿ ਹਿੰਦੁਸਤਾਨ ਦੇ ਵਿੱਚ ਡਿਕਲੇਅਰ ਕੀਤਾ ਹੋਇਆ ਫਾਦਰ ਆਫ ਦੀ ਨੇਸ਼ਨ ਮੋਹਨਦਾਸ ਕਰਮਚੰਦ ਗਾਂਧੀ, ਉਹਨਾਂ ਨੂੰ ਵੀ ਉਹ ਲੋਕ ਨਹੀਂ ਮੰਨਦੇ, ਰੈਦਰ ਦੈਨ ਉਹ ਨਾਥੂਰਾਮ ਗੋਡਸੇ ਨੂੰ ਐਕਸੈਪਟ ਕਰੀ ਬੈਠੇ ਆ। ਤਾਂ ਹੁਣ ਇੱਥੇ ਗੱਲ ਸਮਝਣ ਵਾਲੀ ਇਹ ਆ ਕਿ ਤੁਸੀਂ ਇਹ ਦੱਸੋ ਵੀ ਇੱਥੇ ਦੇਸ਼ ਧਰੋਹੀ ਸਿੱਖ ਨੇ ਜਾਂ RSS ਹੈ ਜਾਂ BJP ਹੈ? ਦੇਖੋ ਮੈਂ ਤਾਂ ਤੁਹਾਨੂੰ ਉਹੀ ਗੱਲ ਹੈਡਗਵੇਅਰ ਦੀ ਦੱਸੀ ਹੈ ਜੀ, ਵੀ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਵੀ ਸਿੱਖ ਹਿੰਦੂ ਆ ਜੀ, ਤੇ ਜੇ ਸਿੱਖ ਹਿੰਦੂ ਆ, ਸਿੱਖ ਵੱਖਰਾ ਦੇਸ਼ ਬਣਾਉਣਾ ਚਾਹੁੰਦੇ ਆ, ਤਾਂ ਹਿੰਦੂਆਂ ਨੂੰ ਹੈਲਪ ਆ ਉਸ ਗੱਲ ਦੀ, ਇੱਕ ਹੋਰ ਰਾਸ਼ਟਰ ਬਣ ਜੂ ਜੀ, ਮਤਲਬ ਉਸ ਨੂੰ ਐਕਸੈਪਟ ਕਰੋ, ਤੁਸੀਂ ਬਣਾ ਕੇ ਦਿਓ ਜੀ, ਲਓ ਭਾਈ ਤੁਸੀਂ ਸਾਡੇ ਭਰਾ ਹੋ ਜੀ, ਹਿੰਦੂ ਸਿੱਖ ਭਰਾ। ਤੋਂ ਮੈਂ ਤਾਂ ਸਮਝਦਾ ਵੀ ਇਹ ਤਾਂ ਇਹਨਾਂ ਦੀ ਇੱਕ ਮਤਲਬ ਇਲੂਜ਼ਨ ਆ ਜਿਸ ਦੇ ਵਿੱਚ ਇੱਕ ਪਾਸੇ ਤਾਂ ਸਿੱਖਾਂ ਨੂੰ ਭਾਈ ਕਹਿੰਦੇ, ਦੂਸਰੇ ਪਾਸੇ ਸਿੱਖਾਂ ਨਾਲ ਡਿਸਕ੍ਰਿਮੀਨੇਸ਼ਨ ਕਰਦੇ ਆ, ਮਾਰਦੇ ਆ, ਕੁੱਟਦੇ ਆ, ਗੁਰਮੁਖੀ ਪੰਜਾਬੀ ਦੇ ਖਿਲਾਫ ਬੋਲਦੇ ਆ, ਗੁਰੂਆਂ ਦੇ ਖਿਲਾਫ ਬੋਲਦੇ ਆ, ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਬੋਲਦੇ ਆ, ਸਾਡੇ ਜਿਹੜੇ ਧਾਰਮਿਕ ਸਥਲ ਆ ਉਹਨਾਂ ਦੇ ਖਿਲਾਫ ਬੋਲਦੇ ਆ। ਤੋ ਸਾਡਾ ਜਿਹੜਾ ਧਰਮ ਹੈ ਉਹ ਰਿਚੁਅਲਿਜ਼ਮ ਨਹੀਂ ਹੈ, ਸਾਡਾ ਰੈਵੋਲੂਸ਼ਨਰੀ ਰਿਲੀਜਨ ਹੈ। ਗੁਰੂ ਨਾਨਕ ਵਾਸ ਏ ਗ੍ਰੇਟ ਰੈਵੋਲੂਸ਼ਨਰੀ ਜੀ। ਔਰ ਅੱਜ ਦੁਨੀਆ ਦੇ ਵਿੱਚ, ਸਾਰੀ ਦੁਨੀਆ ਦੇ ਵਿੱਚ ਜੇ ਕੋਈ ਸਹੀ ਸਿਧਾਂਤ ਹੈ ਮਨੁੱਖਤਾ ਦੇ ਲਈ, ਨੈਸ਼ਨਲਿਜ਼ਮ ਤਾਂ ਇਸ ਵੇਲੇ ਕੁਐਸਚਨ ਹੋ ਗਈ। ਜਿੰਨਾ ਜ਼ੁਲਮੋ ਸਿਤਮ ਨੈਸ਼ਨਲਿਜ਼ਮ ਦੇ ਨਾਂ ਹੇਠ ਮਾਨਵਤਾ ਨਾਲ ਹੋਇਆ, ਉਹਨਾਂ ਕਿਸੇ ਹੋਰ ਕਨਸੈਪਟ 'ਚ ਨਹੀਂ ਹੋਇਆ ਜੀ, ਉਹਨਾਂ ਕਿਸੇ ਧਰਮ ਨੇ ਵੀ ਨਹੀਂ ਕੀਤਾ। ਕਿਸ ਤਰੀਕੇ ਨਾਲ ਫਸਟ ਵਰਲਡ ਵਾਰ ਕਾਹਦੇ ਤੇ ਲੜੀ ਗਈ?
ਨੈਸ਼ਨਲਿਜ਼ਮ ਦੇ ਉੱਤੇ ਲੜੀ ਗਈ। ਇੱਕ ਪਾਸੇ ਈਸਾਈ ਆ, ਦੂਜੇ ਪਾਸੇ ਵੀ ਈਸਾਈ ਆ, ਉਹ ਵੀ ਚਰਚ ਟੱਲੀਆਂ ਖੜਕਾ ਰਹੇ, ਉਹ ਵੀ ਚਰਚ ਟੱਲੀਆਂ ਖੜਕਾ ਰਹੇ। ਉਹ ਕਹਿ ਰਹੇ ਅਸੀਂ ਇਹਨਾਂ ਨੂੰ ਢਾਲੀਏ, ਉਹ ਕਹਿ ਰਹੇ ਅਸੀਂ ਇਹਨਾਂ ਨੂੰ ਢਾਲੀਏ ਜੀ। ਨੈਸ਼ਨਲਿਜ਼ਮ ਦੇ ਆਧਾਰ ਦੇ ਉੱਤੇ ਕ੍ਰਿਸਚੀਅਨਸ ਨੇ ਦੂਸਰੇ ਕ੍ਰਿਸਚੀਅਨਸ ਨੂੰ ਲੱਖਾਂ ਦੀ ਤਾਦਾਦ ਦੇ ਵਿੱਚ ਮਾਰਿਆ, ਤਬਾਹ ਕੀਤਾ, ਉਹਨਾਂ ਦੀਆਂ ਪ੍ਰਾਪਰਟੀਆਂ, ਉਹਨਾਂ ਦਾ ਇਤਨੇ ਬੜਾ ਖੂਨ ਖਰਾਬਾ ਕੀਤਾ ਜਿਸ ਦੀ ਕੋਈ ਇੰਤਹਾ ਹੀ ਨਹੀਂ। ਇਸੇ ਤਰ੍ਹਾਂ ਸੈਕੰਡ ਵਰਲਡ ਵਾਰ ਅੱਜ ਵੀ ਨੈਸ਼ਨਲਿਜ਼ਮ ਦੇ ਨਾਂ ਦੇ ਹੇਠਾਂ ਘੱਟ ਗਿਣਤੀਆਂ ਨਾਲ ਹਰ ਮਤਲਬ ਜਗ੍ਹਾ ਦੇ ਉੱਤੇ ਅਤਿਆਚਾਰ ਤੇ ਜ਼ੁਲਮ ਸਿਤਮ ਹੋ ਰਿਹਾ। ਹਿੰਦੁਸਤਾਨ 'ਚ ਵੀ ਹੋ ਰਿਹਾ, ਬਾਹਰ ਵੀ ਹੋ ਰਿਹਾ ਜੀ। ਤੋ ਇਹ ਸਾਡਾ ਨੈਸ਼ਨਲਿਜ਼ਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਅਸੀਂ ਨੈਸ਼ਨਲਿਜ਼ਮ ਦੇ ਪ੍ਰਿਜ਼ਮ 'ਚ ਕੋਈ ਗੱਲ ਨਹੀਂ। ਸਾਡੇ ਗੁਰੂ ਦਾ ਸਿਧਾਂਤ ਮਾਨਵਤਾ ਦਾ ਯੂਨੀਵਰਸਲਿਜ਼ਮ, ਪਲੂਰਲਿਸਟਿਕ ਕਨਸੈਪਟ ਹੈ ਸਾਡਾ। ਅਸੀਂ ਸਾਰਿਆਂ ਦਾ ਮਾਣ ਸਤਿਕਾਰ ਕਰਨਾ, ਸਭ ਨੂੰ ਪਿਆਰ ਕਰਨਾ। ਤੋ ਇਸ ਵੇਲੇ ਜਿਹੜਾ ਬੰਦਾ ਇਸ ਕਿਸਮ ਦੀ ਹਰਕਤ ਕਰਦਾ ਉਹ ਸਿੱਖ ਹੈ ਹੀ ਨਹੀਂ। ਮੈਂ ਤਾਂ ਕਹਿੰਦਾ ਜਿਹੜੀ ਇਹਨੇ ਵਧਾਈ ਦਿੱਤੀ ਆ ਸੁਖਵੀਰ ਬਾਦਲ ਨੇ ਤੇ ਬੀਬੀ ਹਰਸਿਮਰਤ ਨੇ ਤੇ ਅਮਰਿੰਦਰ ਸਿੰਘ ਨੇ, ਇਹ ਤਾਂ ਸਿੱਖ ਹੀ ਨਹੀਂ ਹੈਗੇ ਜੀ। ਇਹ ਸਿੱਖ ਹੀ ਨਹੀਂ ਹੈਗੇ ਜਿਹੜੇ ਮਤਲਬ ਮੂਰਤੀ ਪੂਜਕ ਨੂੰ ਇਸ ਕਿਸਮ ਦੀ ਵਧਾਈ ਦੇ ਰਹੇ। ਉਹ ਸਿੱਖ ਤਾਂ ਹੈ ਨਹੀਂ, ਕੁਝ ਹੋਰ ਹੋ ਸਕਦੇ ਆ, ਉਹ ਆਪੇ ਦੱਸਣਗੇ ਕੀ ਹੈ। ਜੀ 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 ਢਿੱਲੋਂ ਸਾਹਿਬ, ਤੁਸੀਂ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਫੈਸਲਾ ਹੁਣ ਲੋਕਾਂ ਦੇ ਹੱਥ 'ਚ ਹੀ ਹੈ ਕਿ ਜਿਵੇਂ ਸਿੱਖਾਂ ਦੇ ਉੱਪਰ ਇਲਜ਼ਾਮ ਲੱਗਦੇ ਨੇ ਵੀ ਉਹ ਦੇਸ਼ ਧਰੋਹੀ ਨੇ ਜਾਂ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ ਨੇ, ਸਿੱਖਾਂ ਨੇ ਹਰ ਪੱਖ ਦੇ ਵਿੱਚ ਦੇਸ਼ ਦਾ ਸਾਥ ਦਿੱਤਾ, ਕੁਰਬਾਨੀਆਂ ਕੀਤੀਆਂ, ਹੁਣ ਤੱਕ ਵੀ ਕਰਦੇ ਆ ਰਹੇ ਨੇ। ਆਰਮੀ ਦੇ ਵਿੱਚ ਵੀ ਕਰ ਰਹੇ ਨੇ, ਅੰਨ ਪੈਦਾ ਕਰਕੇ ਵੀ ਕਰ ਰਹੇ ਨੇ, ਜਾਂ ਹੁਣ ਕ੍ਰਾਈਸਿਸ ਹੋਇਆ ਸੀ ਆ ਕਰੋਨਾ ਦਾ, ਇਹਦੇ ਵਿੱਚ ਵੀ ਸਿੱਖਾਂ ਨੇ ਵੱਧ ਚੜ ਕੇ ਸੇਵਾ ਕੀਤੀ। ਔਰ ਬੜੇ ਵੱਡੇ ਲੋਕਾਂ ਨੇ, ਵੱਡੇ ਰਾਜਨੇਤਾਵਾਂ ਨੇ ਸਿੱਖਾਂ ਦੀਆਂ ਤਾਰੀਫਾਂ ਕੀਤੀਆਂ, ਸਿੱਖਾਂ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ। ਸੋ ਇਹ ਸੇਵਾ ਦਾ ਜਿਹੜਾ ਕਨਸੈਪਟ ਆ ਸਿੱਖਾਂ ਦਾ ਹੀ ਆ। ਤੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਇਹਦੀ ਤਗੜੀ ਮਿਸਾਲ ਦਿੱਤੀ। ਔਰ ਅਸੀਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ, ਢਿੱਲੋਂ ਸਾਹਿਬ ਨੇ ਬੜੀ ਵਿਸਥਾਰ ਨਾਲ ਦੱਸਿਆ ਸੀ ਕਿ ਕਿਵੇਂ ਮਹਾਰਾਜਾ ਰਣਜੀਤ ਸਿੰਘ ਦੁਨੀਆ ਦੇ ਟੌਪ ਦੇ ਜਿਹੜੇ ਰਾਜੇ ਸੀ ਉਹਨਾਂ ਦੇ ਵਿੱਚ ਉਹਨਾਂ ਦਾ ਆਪਣਾ ਨਾਮ ਦਰਜ ਆ। ਸੋ ਇਹ ਸਿੱਖਾਂ ਦੇ ਵਿੱਚ ਸਿੱਖ ਕੌਮ ਲਈ ਬੜੀ ਮਾਣ ਵਾਲੀ ਗੱਲ ਆ। ਦੂਸਰੀ ਗੱਲ ਇਹ ਵੀ ਆ ਕਿ ਜੇ ਕੋਈ ਇੱਕ ਅੱਧਾ ਬੰਦਾ ਇਕਬਾਲ ਸਿੰਘ ਵਰਗਾ ਜਾਂ ਹੋਰ ਅਜਿਹੇ ਬੰਦੇ ਜਾਂਦੇ ਵੀ ਆ ਕਿਸੇ ਕਿਸਮ ਨਾਲ ਆਪਣੀ ਇੱਛਾ ਦੇ ਨਾਲ, ਤਾਂ ਉਹ ਜਾ ਲੈਣ ਦਿਓ ਉਹਨਾਂ ਨੂੰ, ਉਹਨਾਂ ਦੀ ਮਰਜ਼ੀ। ਉਹਦੇ ਨਾਲ ਸਿੱਖੀ ਨੂੰ ਕੀ ਫਰਕ ਪੈਂਦਾ ਆ? ਸਿੱਖੀ ਗੁਰੂਆਂ ਨੇ ਬਣਾਈ ਆ। ਸਿੱਖ ਪੰਥ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਟਿਕਿਆ ਹੋਇਆ, ਇਹਦੀ ਬੁਨਿਆਦ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਟਿਕੀ ਹੋਈ ਆ। ਇਹਨਾਂ ਦੀ ਬੁਨਿਆਦ ਗਿਆਨੀ ਇਕਬਾਲ ਸਿੰਘ ਦੇ ਮੋਢਿਆਂ ਦੇ ਉੱਪਰ ਨਹੀਂ ਹੈਗੀ। ਇਸ ਕਰਕੇ ਉਹ ਜਾਂਦੇ ਆ, ਉਹਨਾਂ ਨੂੰ 10-20,000 50,000 ਮਿਲ ਜਾਂਦਾ, ਕਿਤੇ ਦੋ ਟਾਈਮ ਦੀਆਂ ਰੋਟੀਆਂ ਮਿਲ ਜਾਂਦੀਆਂ ਨੇ, ਜਾਂ ਕਿਤੇ ਥਾਪੀ ਮਿਲ ਜਾਂਦੀ ਹੈ, ਤਾਂ ਉਹ ਉਸ ਚੀਜ਼ ਦੇ ਲਾਲਚੀ ਨੇ, ਉਸ ਚੀਜ਼ ਦੇ ਭੁੱਖੇ ਨੇ। ਉਹਦੇ ਨਾਲ ਸਿੱਖੀ ਨੂੰ ਤੇ ਸਿੱਖ ਪੰਥ ਨੂੰ ਕੋਈ ਫਰਕ ਨਹੀਂ ਪੈਂਦਾ। ਅਜਿਹੇ ਬਹੁਤ ਲੋਕ ਆਏ ਨੇ, ਚਲੇ ਗਏ ਨੇ। ਸਿੱਖ ਪੰਥ ਉਦੋਂ ਵੀ ਸੀ ਚੜ੍ਹਦੀ ਕਲਾ 'ਚ, ਅੱਜ ਵੀ ਚੜ੍ਹਦੀ ਕਲਾ ਦੇ ਵਿੱਚ ਹੈ। ਧੰਨਵਾਦ।